हाँ जी, सत श्री अकाल बच्चों साਰਿਆਂ ਨੂੰ। तो ਤੁਹਾਡੀ ਡਿਮਾਂਡ ਤੇ ਕੱਲ ਆਪਾਂ ਬੱਚੋ ਸਪੈਸ਼ਲ ਟੌਪਿਕ ਅਪਲੋਡ ਕੀਤਾ ਸੀ ਸੋਸ਼ੀਓ ਰਿਲੀਜੀਅਸ ਰਿਫਾਰਮ ਮੂਵਮੈਂਟ, ਜੋ ਕਿ ਆਪਣੇ ਪੀਪੀਐਸਸੀ ਦੇ ਐਗਜ਼ਾਮਸ ਦੇ ਲਈ ਬਹੁਤ ਜ਼ਿਆਦਾ ਮਹੱਤਵਪੂਰਨ ਹੈ। ਇਨਫੈਕਟ ਜਿਹੜੇ ਆਪਣੇ PSSB ਦੇ ਐਗਜ਼ਾਮ ਹੈ ਉਹਦੇ ਵਿੱਚ ਵੀ ਵਨ ਲਾਈਨਰ ਕੁਐਸਚਨ ਬਣਨ ਦਾ ਪੂਰਾ ਚਾਂਸ ਹੁੰਦਾ ਹੈ ਕਿ ਕੋਈ ਵੀ ਰਿਫਾਰਮ ਮੂਵਮੈਂਟ ਦੇ ਨਾਲ ਕਿਹੜੀ ਪਰਸਨੈਲਿਟੀ ਰਿਲੇਟਡ ਹੈ। ਤੇ ਇਹਦਾ ਫਿਰ ਆਪਾਂ ਪੂਰਾ ਫੁੱਲ ਫਲੈਜ ਨਿਚੋੜ ਕੱਢ ਦਿਆਂਗੇ ਅੱਜ, ਕਿਉਂਕਿ ਅੱਜ ਫਿਰ ਆਪਾਂ ਇਹਦਾ ਪਾਰਟ ਨੰਬਰ 2 ਅਪਲੋਡ ਕਰਨ ਜਾ ਰਹੇ ਹਾਂ। तो मैं सोचा भी एक पार्ट ਨਾਲ ਗੱਲ ਜੀ ਬਣਨੀ ਨਹੀਂ ਤੇ ਆਪਾਂ ਗੱਲ ਫਿਰ ਅਧੂਰੀ ਵੀ ਕਿਉਂ ਛੱਡਣੀ ਹੈ। ਤੇ ਬਾਕੀ ਜਿੰਨਾ ਬੱਚਿਆਂ ਨੇ ਸਪੈਸ਼ਲ ਪੀਪੀਐਸਸੀ ਲੈਵਲ ਤੱਕ ਦੀ ਵਧੀਆ ਟੌਪ ਕਲਾਸ ਪ੍ਰੈਪਰੇਸ਼ਨ ਕਰਨੀ ਹੈ, ਖਾਸ ਕਰਕੇ ਨਾਇਬ ਤਹਿਸੀਲਦਾਰ ਦਾ ਐਗਜ਼ਾਮ ਜੋ ਕਿ ਰੀਕੰਡਕਟ ਹੋਵੇਗਾ, ਉਹ ਤੁਸੀਂ ਵਿਦਆਊਟ ਐਨੀ ਡਾਊਟ ਇਸ ਬੈਚ ਤੇ ਡਿਪੈਂਡੈਂਟ ਹੋ ਕੇ ਪ੍ਰੈਪਰੇਸ਼ਨ ਕਰ ਸਕਦੇ ਹੋ। ਬਾਕੀ ਤੁਹਾਨੂੰ ਦੱਸ ਵੀ ਦਿੱਤਾ ਸੀ ਲਾਸਟ ਕਲਾਸ ਦੇ ਵਿੱਚ ਵੀ, ਸਟਾਰਟਿੰਗ ਦੇ ਵਿੱਚ ਮੈਂ 1-2 ਮਿੰਟ ਸਪੈਸ਼ਲ ਲਾਈ ਸੀ ਵੀ ਇਸ ਕੋਰਸ ਦੇ ਵਿੱਚ ਫੁੱਲ ਫਲੈਜ ਟੌਪਿਕ ਕੰਪਲੀਟ ਡਿਟੇਲ ਦੇ ਵਿੱਚ ਬੱਚੋ ਕਵਰ ਕਰਵਾਏ ਜਾਣਗੇ। हर क्लास की प्रॉपर PDF मिलेगी, टॉपिक वाइज टेस्ट मिलणगे। सब तो बड़ी गल की है 6 मार्च ਨੂੰ ਜਿਹੜੀ ਆਪਣੀ सुपर डुपर टेस्ट सीरीज स्टार्ट होनी है ਉਹ ਵੀ ਇਹਦੇ ਵਿੱਚ ਹੀ ਇਨਕਲੂਡਡ ਹੋਵੇਗੀ। ਉਹ ਵੀ ਆਪਣੀ ਮੰਡੇ ਤੋਂ ਸਟਾਰਟ ਹੈ। ਸੋ ਮੰਡੇ ਦੇ ਵਿੱਚ ਆਪਾਂ ਮੰਡੋ ਆਖੀ ਜਾਂਦੇ ਮੰਡੇ ਤੋਂ ਫਿਰ ਆਪਾਂ ਬੱਚੋ ਇਹਦੇ ਵਿੱਚ ਆਪਾਂ ਵਧੀਆ ਧਾਕੜ ਹੋਰ ਵੀ ਟੌਪਿਕਸ ਸਟਾਰਟ ਕਰਾਂਗੇ, ਠੀਕ ਹੈ ਨਾ। ਇਹ ਆਪਣਾ ਫਲੈਗਸ਼ਿਪ ਕੋਰਸ ਹੈ, ਸਪੈਸ਼ਲੀ ਜੇ ਤੁਸੀਂ ਹਾਇਰ ਆਫੀਸਰ ਲੈਵਲ ਤੱਕ ਦੀ ਪ੍ਰੈਪਰੇਸ਼ਨ ਵਧੀਆ ਤਰੀਕੇ ਨਾਲ ਕਰਨੀ ਹੈ। ਜੇ ਤੁਸੀਂ ਆਮ ਆਪਣੇ ਪੰਜਾਬ ਪੁਲਿਸ ਦੀ ਵੀ ਪ੍ਰੈਪਰੇਸ਼ਨ ਕਰਨੀ ਹੈ ਜਾਂ ਹੋਰ ਐਗਜ਼ਾਮਸ ਦੀ ਪ੍ਰੈਪਰੇਸ਼ਨ ਵੀ ਕਰਨੀ ਹੈ, ਤੇ ਜੇ ਤੁਸੀਂ ਆਹ ਬੈਚ ਜੁਆਇਨ ਕੀਤਾ ਹੋਇਆ ਹੈ ਫਿਰ ਤੁਹਾਨੂੰ ਪੰਜਾਬ ਕੀ ਮੈਂ ਕਹਿੰਦਾ ਪੂਰੇ ਮੁਲਕ ਦੇ ਵਿੱਚ ਹੋਰ ਕਿਤੇ ਵੀ ਜੁਆਇਨ ਕਰਨ ਦੀ ਜ਼ਰੂਰਤ ਨਹੀਂ ਹੈ। ਬਾਕੀ ਜਿਨ੍ਹਾਂ ਬੱਚਿਆਂ ਨੇ PSSB ਨੂੰ ਟਾਰਗੇਟ ਕਰਨਾ ਹੈ, ਪੰਜਾਬ ਪੁਲਿਸ ਨੂੰ ਕਰਨਾ ਹੈ, ਕਲੈਰੀਕਲ ਲੈਵਲ ਨੂੰ ਕਰਨਾ ਹੈ, ਜਾਂ ਹੋਰ ਵੀ ਜੋ ਆਪਣੇ ਪਟਵਾਰੀ ਲੈਵਲ ਦਾ ਪੇਪਰ ਹੋ ਗਿਆ ਉਹਦੇ ਲਈ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਵੀ ਇੱਕੋ ਇੱਕ ਆਪਣੇ ਪੰਜਾਬ 'ਚ ਬੈਚ ਹੈ, ਟੌਪ ਕਲਾਸ ਬੈਚ ਹੈ, ਨੰਬਰ 1 ਬੈਚ ਹੈ। ਜੇ ਨੰਬਰ 1 ਤਿਆਰੀ ਕਰਨੀ ਹੈ, ਬਿਕੋਜ਼ ਇਹ ਉਹ ਬੈਚ ਹੈ ਵੀ ਜਦੋਂ ਦਾ ਆਪਾਂ ਇਹ ਬੈਚ ਲਾਂਚ ਕੀਤਾ ਡੇਲੀ ਲਗਭਗ 50 ਤੋਂ 60 ਤੇ ਕਈ ਵਾਰ ਤਾਂ 100 ਤੱਕ ਇਸ ਬੈਚ ਦੇ ਵਿੱਚ ਐਂਟਰੀਆਂ ਹੁੰਦੀਆਂ। ਮੈਂ ਤਾਂ ਹੀ ਕੱਲ ਵੀ ਕਿਹਾ ਸੀ ਵੀ ਇਹ ਸੈਲਫ ਡਿਕਲੇਅਰਡ ਨੰਬਰ 1 ਨਹੀਂ, ਇਹ ਸਟੂਡੈਂਟ ਦੇ ਵੱਲੋਂ ਡਿਕਲੇਅਰਡ ਹੈ ਤੇ ਪ੍ਰਮਾਣ ਬੱਚਾ ਆਪਾਂ ਕੱਲ ਵੀ ਦਿੱਤਾ ਸੀ, ਕਿਉਂਕਿ ਅੱਜ ਕੱਲ ਜ਼ਮਾਨਾ ਪ੍ਰਮਾਣ ਦੇਣ ਦਾ। ਤੇ ਕੁੱਲ ਮਿਲਾ ਕੇ ਕੱਲ ਆਪਣੇ 3800 ਤੇ 67 ਬੱਚੇ ਹੈ ਤੇ ਅੱਜ 3800 ਤੇ 95 ਹੋ ਚੁੱਕੇ ਹੈ। ਲੇਟੈਸਟ ਐਂਟਰੀਜ਼ ਇਹਦੇ ਵਿੱਚ ਲਗਭਗ ਹਮੇਸ਼ਾ ਜਾਰੀ ਹੈ, ਹਮੇਸ਼ਾ ਦੀ ਤਰ੍ਹਾਂ ਮੈਂ ਤੁਹਾਨੂੰ ਫੇਰ ਕਹਿ ਰਿਹਾ। ਤੇ ਇਹਦੇ ਵਿੱਚ ਆਪਣੇ ਕੋਲ ਤੁਸੀਂ ਬਲੀਵ ਨਹੀਂ ਕਰੋਗੇ 70 ਤੋਂ 80% ਬੱਚੇ ਉਹ ਆਉਂਦੇ ਆ ਜਿਹੜੇ ਪਹਿਲਾਂ ਆਲਰੇਡੀ ਕਿਤੇ ਨਾ ਕਿਤੇ ਉਹਨਾਂ ਨੇ ਜੁਆਇਨ ਕੀਤਾ ਹੁੰਦਾ। ਪੰਜਾਬੀ ਜਿਵੇਂ ਆਪਾਂ ਕਹਿ ਦਈਏ ਮਾਰਕੀਟਿੰਗ ਦਾ ਸ਼ਿਕਾਰ ਜਿਹੜੇ ਬੱਚੇ ਹੋਏ ਹੁੰਦੇ ਆ ਉਹਨਾਂ ਨੂੰ ਇਸ ਬੈਚ ਦੀ ਇੰਪੋਰਟੈਂਸ ਦਾ, ਅਹਿਮੀਅਤ ਦਾ ਜ਼ਿਆਦਾ ਪਤਾ ਹੈ, ਰੈਦਰ ਦੈਨ ਜੋ ਬੱਚਾ ਆਪਣਾ ਸਿੱਧਾ ਕੋਰਸ ਨੂੰ ਜੁਆਇਨ ਕਰਦਾ ਹੈ ਉਹ ਤਾਂ ਫਿਰ ਵੀ ਮਾੜਾ ਮੋਟਾ ਨੁਕਸ ਕੱਢਣ ਦੀ ਕੋਸ਼ਿਸ਼ ਕਰ ਸਕਦਾ ਹੈ ਵੀ ਯਾਰ ਇਹਦੇ ਵਿੱਚ ਆਏ ਹੁੰਦਾ ਤਾਂ ਜ਼ਿਆਦਾ ਵਧੀਆ ਸੀ। ਬਟ ਜਿਹੜੇ ਆਸੇ ਪਾਸੇ ਆਉਂਦੇ ਆ ਉਹਨਾਂ ਨੂੰ ਪਤਾ ਹੁੰਦਾ ਵਾਕਈ ਨੰਬਰ 1 ਹੈ ਬਾਈ ਜੀ, ਅੱਖਾਂ ਬੰਦ ਕਰਕੇ ਭਰੋਸਾ ਕਰਕੇ ਆਪਾਂ ਇਹ ਤੋਂ ਵਿਸ਼ਵਾਸ ਕਰਕੇ ਤਿਆਰੀ ਕਰ ਸਕਦੇ ਹਾਂ। ਤਿਆਰੀ ਕਰਨਾ, ਪੇਪਰ ਕਰੈਕ ਕਰਨਾ, ਇਹ ਦੋਨੇ ਕੰਮ ਹੀ ਕਰ ਸਕਦੇ ਆ। ਕਦੀ ਤਿਆਰੀ ਨਹੀਂ ਪੇਪਰ ਕਰੈਕ ਹੋਊਗਾ ਕਿਉਂਕਿ ਤੁਸੀਂ ਪੇਪਰ ਤੋਂ ਪਹਿਲਾਂ ਕੌਨਫੀਡੈਂਟ ਫੀਲ ਕਰੋਗੇ। ਸੋ ਮੈਂ ਤੁਹਾਨੂੰ ਕੱਲ ਵੀ ਕਿਹਾ ਸੀ ਤੇ ਅੱਜ ਵੀ ਕਿਹਾ ਹੈ, ਸੋ ਧੜੱਲੇਦਾਰ ਤਰੀਕੇ ਨਾਲ ਐਂਟਰੀਆਂ ਜਾਰੀ ਹੈ, ਕੋਈ ਟਾਈਮ ਵੇਸਟ ਕਰਨ ਦੀ ਜ਼ਰੂਰਤ ਨਹੀਂ ਹੈ। ਬਾਕੀ ਜਿਹੜਾ ਇਹ ਰਿਕਾਰਡ ਹੈ 3895 ਵਾਲਾ, ਮੇਰੇ ਹਿਸਾਬ ਨਾਲ ਸ਼ਾਮ ਤੱਕ ਜੋ ਤੱਕ ਇਹ ਵੀਡੀਓ ਤੇ ਕਿਉਂਕਿ ਹਲੇ ਦਾ ਟਾਈਮ ਜਦੋਂ ਮੈਂ ਇਹ ਰਿਕਾਰਡ ਕਰ ਰਿਹਾ ਹਲੇ ਤਾਂ 3:30 ਦਾ ਟਾਈਮ ਹੈ, 3:30 ਵਜੇ ਦੀ ਗੱਲ ਹੈ ਲਗਭਗ। ਨਹੀਂ ਸ਼ਾਮ ਤੱਕ ਮੰਨ ਕੇ ਵੀ ਸ਼ਾਮ ਤੱਕ ਥੋੜਾ ਕੀ ਹੈ ਕੰਮ ਬਣ ਜਾਊਗਾ ਮੇਰੇ ਹਿਸਾਬ ਨਾਲ, ਕਿਉਂਕਿ ਸ਼ਾਮ ਤੱਕ ਇਹ 3900 ਪਲੱਸ ਈਜ਼ੀਲੀ ਰਾਤ ਨੂੰ ਕ੍ਰਾਸ ਕਰ ਜਾਣਾ ਹੈ। ਤਾਂ ਤੁਸੀਂ ਇਸ ਚੀਜ਼ ਨੂੰ ਲੈ ਕੇ ਆਪਦਾ ਪਿੱਛੇ ਨਾ ਰਹਿ ਜਾਓ। ਬਾਕੀ ਜਿਨ੍ਹਾਂ ਬੱਚਿਆਂ ਨੇ ਆਲਰੇਡੀ ਸੋਚਿਆ ਹੋਇਆ ਵੀ ਨਹੀਂ ਯਾਰ ਵੀ ਮੈਨੂੰ ਹਲਕਾਸੇ ਦੀ ਲੋੜ ਨਹੀਂ ਹੈਗੀ, ਬਹੁਤ ਮੈਂ ਹੁਣ ਤੱਕ ਤਿਆਰੀ ਕੀਤੀ ਹੈ, ਬਹੁਤ ਮੱਥਾ ਮਾਰ ਚੁੱਕਿਆ ਹੈ, ਵੀ ਮੈਨੂੰ ਭਾਈ ਇਕੱਲੀ ਟੈਸਟ ਸੀਰੀਜ਼ ਚਾਹੀਦੀ ਹੈ ਜਿਹਨੂੰ ਆਪਾਂ ਕਹਿੰਦੇ ਆ ਸੁਪਰ ਡੁਪਰ ਟੈਸਟ ਸੀਰੀਜ਼, ਉਹ ਬੱਚੇ ਫਿਰ ਤੁਸੀਂ ਆਪਣੀ ਆ ਜੁਆਇਨ ਕਰ ਸਕਦੇ। ਇਹਦੇ ਵਿੱਚ ਆਪਣੇ ਮੰਡੇ ਤੋਂ ਸੈਸ਼ਨ, ਮੰਡੇ ਤੋਂ ਮਤਲਬ ਆਪਣੇ ਟੈਸਟ ਅਪਲੋਡ ਹੋਣੇ ਸਟਾਰਟ ਹੋ ਜਾਣਗੇ। ਇਹ ਤੁਸੀਂ ਇਹਦੇ ਰਿਗਾਰਡਿੰਗ ਕੋਈ ਇਨਫੋਰਮੇਸ਼ਨ ਲੈਣੀ ਹੈ ਤਾਂ ਤੁਸੀਂ ਇਸ ਨੰਬਰ ਤੇ ਕਾਲ ਕਰ ਸਕਦੇ ਹੋ 8847571836 ਤੇ, ਠੀਕ ਹੈ ਨਾ। ਵਧੀਆ ਪ੍ਰੋਪਰ ਰੈਂਕਿੰਗ ਸਿਸਟਮ ਹੋਊਗਾ, ਰਿਜ਼ਲਟ ਓਰੀਐਂਟਡ ਕੰਟੈਂਟ ਹੋਊਗਾ। ਸਭ ਤੋਂ ਵੱਡੀ ਗੱਲ ਕੀ ਹੈ, ਇਹ ਟੈਸਟ ਸੀਰੀਜ਼ ਇੱਕ ਫਾਰਮੈਲਿਟੀ ਨਹੀਂ ਹੋਣਾ ਇਸ ਨੂੰ ਆਪਾਂ ਤੰਗ ਕਰੀ ਜਾਣਾ ਹੈ। ਪੂਰਾ ਕੰਪਰੀਹੈਂਸਿਵ ਤਰੀਕੇ ਨਾਲ ਸਿਲੇਬਸ ਕਵਰ ਹੋਊਗਾ। ਉਸ ਨੂੰ ਮੰਡੇ ਤੋਂ ਪਤਾ ਲੱਗ ਜੂ ਵੀ ਸਿਲੇਬਸ ਕਿਵੇਂ ਕਵਰ ਹੋਊਗਾ, ਹੈ ਤਾਂ ਟੈਸਟ ਬੈਚ, ਇਹ ਮੰਡੇ ਨੂੰ ਪਤਾ ਲੱਗ ਜੂਗਾ। ਬਸ ਥੋੜਾ ਜਿਹਾ ਹੌਸਲਾ ਰੱਖਿਓ, ਠੀਕ ਹੈ ਨਾ। ਤੇ ਕੁੱਲ ਮਿਲਾ ਕੇ ਸਾਰਾ ਕੁਝ ਚਾਹੇ ਨੰਬਰ 1 ਬੈਚ ਹੈ, ਚਾਹੇ ਫਲੈਗਸ਼ਿਪ ਕੋਰਸ ਹੈ, ਚਾਹੇ ਸੁਪਰ ਡੁਪਰ ਟੈਸਟ ਸੀਰੀਜ਼ ਹੈ, ਇਹ ਸਾਰੇ ਕੋਰਸ ਦੇ ਲਈ ਤੁਹਾਡੇ ਫੋਨ 'ਚ ਕੀ ਹੋਣਾ ਚਾਹੀਦਾ ਹੈ, ਇਹ ਆਪਣੀ ਪਲੇ ਸਟੋਰ ਤੇ ਜਾ ਕੇ ਐਪ ਡਾਊਨਲੋਡ ਕਰਨੀ ਹੈ ਬੱਚੋ, ਰੁਪਿੰਦਰ ਸਿੱਧੂ ਅਕੈਡਮੀ ਐਪ। ਤੇ ਇਹਦੇ ਲਈ ਫਿਰ ਤੁਸੀਂ ਆਪਣੇ ਇਸ ਕੰਟੈਕਟ ਤੇ ਕਾਲ ਕਰਕੇ ਵੀ ਆਪਦੀ ਇਨਫੋਰਮੇਸ਼ਨ ਵੀ ਲੈ ਸਕਦੇ ਹੋ। ਬਾਕੀ ਜਿਨ੍ਹਾਂ ਬੱਚਿਆਂ ਕੋਲੇ ਆਈਫੋਨ ਹੈ ਉਹ ਆਪਦੀ ਐਪ ਸਟੋਰ ਤੇ ਜਾ ਕੇ ਡਾਊਨਲੋਡ ਕਰਨਗੇ ਕਲਾਸ ਪਲੱਸ। ਉਦੋਂ ਬਾਅਦ ਇੱਕ ਕੋਡ ਫਿਲ ਕਰਨਾ ਹੁੰਦਾ ਬੱਚੋ, ਕੋਡ ਆਪਣਾ ਇਹ 5 ਅੱਖਰ ਦਾ ਹੈ, ਠੀਕ ਹੈ ਨਾ। ਤੋਂ ਜ਼ਿਆਦਾ ਮੈਂ ਤੁਹਾਡਾ ਟਾਈਮ ਵੇਸਟ ਨਹੀਂ ਕਰਨਾ ਚਾਹੁੰਦਾ
ਕੋਈ ਵੀ ਇਨਫੋਰਮੇਸ਼ਨ ਲੈਣੀ ਹੈ ਕਲਾਸਿਸ ਦੇ ਰਿਗਾਰਡਿੰਗ ਕੋਰਸ ਰਿਗਾਰਡਿੰਗ ਤਾਂ ਤੁਸੀਂ ਹੁਣ 8 ਵਜੇ ਤੋਂ ਬਾਅਦ ਇਸ ਨੰਬਰ ਤੇ ਕਾਲ ਕਰ ਸਕਦੇ ਹੋ। ਅੱਜ 8 ਵਜੇ ਤੋਂ ਬਾਅਦ ਕਰਨਾ ਹੈ, ਹੁਣੇ ਨਹੀਂ ਕਰਨਾ, 8 ਵਜੇ ਤੋਂ ਬਾਅਦ ਕਾਲ ਆ ਤੁਸੀਂ ਕੀ ਹੈ ਕਰ ਸਕਦੇ ਹੋ। ਠੀਕ ਹੈ ਨਾ। ਸੋ ਇੰਜੋਏ ਕਰੋ ਬੱਚੋ। ਫਿਰ ਸੈਸ਼ਨ ਨੰਬਰ 2 ਤੇ ਮੈਂ ਮੰਨ ਕੇ ਚੱਲਦਾ ਹਾਂ ਤੁਸੀਂ ਫਸਟ ਸੈਸ਼ਨ ਦੇਖ ਲਿਆ, ਨਹੀਂ ਦੇਖਿਆ ਪਹਿਲਾਂ ਨੂੰ ਆਫ ਕਰੋ ਤਾਂ ਪਹਿਲਾਂ ਉਹ ਕਲਾਸ ਜ਼ਰੂਰ ਆਪਦੀ ਕੀ ਹੈ ਦੇਖ ਕੇ ਆਓ, ਫਿਰ ਇਹ ਸਟਾਰਟ ਕਰਨੀ ਹੈ। ਠੀਕ ਹੈ ਨਾ। ਚਲੋ ਠੀਕ ਹੈ ਬੱਚੋ, ਬੈਸਟ ਆਫ ਲੱਕ, ਇੰਜੋਏ ਕਰੋ ਸੈਸ਼ਨ। ਹਾਂਜੀ, ਸਤਿ ਸ਼੍ਰੀ ਅਕਾਲ ਬੱਚੋ ਸਾਰਿਆਂ ਨੂੰ। ਸੋ ਫਾਈਨਲੀ ਫਿਰ ਲਾਸਟ ਕਲਾਸ ਦੇ ਵਿੱਚ ਬੱਚੋ ਆਪਾਂ ਆਪਣੇ ਮੁਲਕ ਨੂੰ ਕਾਲੇ ਦੌਰ ਦੇ ਵਿੱਚੋਂ ਕੱਢਣ ਦੀਆਂ ਕੋਸ਼ਿਸ਼ਾਂ ਸੀਗੀਆਂ ਉਹ ਆਪਾਂ ਸਟਾਰਟ ਕਰ ਚੁੱਕੇ ਹਾਂ, ਕਿਉਂਕਿ ਆਪਣੇ ਸਮਾਜ ਦੇ ਵਿੱਚ ਕਈ ਹਜ਼ਾਰ ਸੈਂਕੜੇ ਸਾਲਾਂ ਤੋਂ ਉਹ ਰੂੜੀਵਾਦੀ ਪਰੰਪਰਾਵਾਂ ਚੱਲਦੀਆਂ ਆ ਰਹੀਆਂ ਨੇ। ਸਤੀ ਪ੍ਰਥਾ ਹੋ ਗਈ, ਕਾਸਟ ਸਿਸਟਮ ਹੋ ਗਿਆ, ਵੂਮਨਸ ਦੀ ਜੋ ਆਪਣੇ ਕੰਡੀਸ਼ਨ ਸੀ ਬਹੁਤ ਆਪਾਂ ਦੇਖਿਆ ਬਹੁਤ ਵਲਨਰੇਬਲ, ਮਤਲਬ ਵਲਨਰੇਬਲ ਸੈਕਸ਼ਨ ਆਫ ਸੋਸਾਇਟੀ ਇੱਕ ਆਪਣਾ ਅੱਗੇ यूपीएससी ਟੌਪਿਕ ਵੀ ਹੁੰਦਾ ਹੈ, ਉਸ ਟੌਪਿਕ ਆਪਾਂ ਅੱਜ ਤੱਕ ਵੀ ਪੜ੍ਹੀ ਜਾਂਦੇ ਹਾਂ। ਖੈਰ ਆਪਾਂ ਦੇਖਿਆ ਵੂਮਨ ਦੀ ਪੋਜੀਸ਼ਨ ਆਪਾਂ ਦੇਖਿਆ ਕਿ ਬਹੁਤ ਉਹਦਾ ਗ੍ਰਾਫ ਨੀਚੇ ਨੂੰ ਡਿੱਗਦਾ ਜਾ ਰਿਹਾ ਸੀਗਾ। ਸੋ ਉੱਥੇ ਫਿਰ ਇੱਕ ਮਹਾਨ ਬੰਦਾ ਜਨਮ ਲੈਂਦਾ ਹੈ, ਰਾਜਾ ਰਾਮ ਮੋਹਨ ਰਾਏ, ਤੇ ਉਹਨਾਂ ਦੇ ਫਿਰ ਆਪਾਂ ਜੀਵਨ ਬਾਰੇ ਗੱਲ ਕੀਤੀ ਹੈ ਤੇ ਫਿਰ ਆਪਾਂ ਬ੍ਰਹਮੋ ਸਮਾਜ ਐਸਟੈਬਲਿਸ਼ ਕਰ ਚੁੱਕੇ ਹਾਂ। ਵਿਦਆਊਟ ਵੇਸਟਿੰਗ ਬੱਚੋ ਟਾਈਮ ਅੱਜ ਫਿਰ ਆਪਾਂ ਅੱਗੇ ਦੇਖਦੇ ਹਾਂ ਫਿਰ ਅੱਜ ਕਲਾਸ ਪੂਰੀ ਹੋਣ ਤੱਕ ਹੋਰ ਕਿਹੜੇ ਮਹਾਨ ਪਰਸਨੈਲਿਟੀਆਂ ਆਪਣੇ ਮੁਲਕ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰਨਗੀਆਂ। ਠੀਕ ਹੈ ਨਾ। ਚਲੋ ਫਿਰ ਵੈਸੇ ਲਾਸਟ ਦੀ ਆਪਣੀ ਸਲਾਈਡ ਸੀ ਬੱਚੋ, ਮਤਲਬ ਲਾਸਟ ਕਲਾਸ ਦਾ ਲਾਸਟ ਪੁਆਇੰਟ ਉਹ ਜ਼ਰੂਰ ਤੁਸੀਂ ਦੇਖ ਕੇ ਆਇਓ, ਕਿਉਂਕਿ ਉੱਥੇ ਆਪਾਂ ਫਿਰ ਇੱਕ ਪਰਸਨੈਲਿਟੀ ਜ਼ਿਕਰ ਕੀਤਾ ਸੀਗਾ ਵੀ ਬ੍ਰਹਮੋ ਸਮਾਜ ਦੀ ਰਾਜਾ ਰਾਮ ਮੋਹਨ ਰਾਏ ਤੋਂ ਬਾਅਦ ਕਮਾਨ ਕੌਣ ਸੰਭਾਲਣ ਜਾ ਰਹੇ ਹੈ? ਰਵਿੰਦਰਨਾਥ ਟੈਗੋਰ ਜੀ ਦੇ ਫਾਦਰ ਸਾਹਿਬ ਦਵਿੰਦਰਨਾਥ ਟੈਗੋਰ। ਕਿੱਥੇ ਨੇ? ਇਹ ਰਹੇ ਨੇ ਦਵਿੰਦਰਨਾਥ ਟੈਗੋਰ। ਸੋ ਦਵਿੰਦਰਨਾਥ ਟੈਗੋਰ ਦੀ ਆਪਾਂ ਅੱਜ ਕਹਾਣੀ ਸਟਾਰਟ ਕਰਦੇ ਹਾਂ। ਇਹ ਕੋਈ ਐ ਨਹੀਂ ਵੀ ਬ੍ਰਹਮੋ ਸਮਾਜ ਜਾਂ ਇਹਨਾਂ ਨੇ ਸਾਰੀ ਬਣੀ ਬਣਾਈ ਗੇਮ ਜਾਂ ਬਣੀ ਬਣਾਈ ਮੂਵਮੈਂਟ ਬ੍ਰਹਮੋ ਸਮਾਜ ਉਹ ਚੱਕ ਲਈ ਤੁਸੀਂ ਸਿੱਧਾ ਕੀ ਹੈ ਮੋਢੀ ਬਣ ਗਏ। ਉਦੋਂ ਪਹਿਲਾਂ ਬਰਾਬਰ ਇਹ ਵੀ ਇਹਨਾਂ ਨੇ ਆਪਦੀ ਇੱਕ ਮੁਹਿੰਮ ਸਟਾਰਟ ਕੀਤੀ ਹੋਈ ਹੈ। ਸੋ ਉਦੋਂ ਪਹਿਲਾਂ ਆਪਾਂ ਦੇਖਦੇ ਹਾਂ ਤਤਵਬੋਧਨੀ ਸਭਾ। ਬਹੁਤ ਥਾਵਾਂ ਤੁਸੀਂ ਸੁਣਿਆ ਹੋਊਗਾ ਵੀ ਤਤਵਬੋਧਨੀ ਸਭਾ ਬ੍ਰਹਮੋ ਸਮਾਜ ਦਾ ਪਾਰਟ ਹੈ। ਇਹਦਾ ਆਪਾਂ ਕਿਉਂ ਕਹਿੰਦੇ ਆ, ਕਿਉਂ ਆਪਾਂ ਬਹੁਤ ਥਾਵਾਂ ਤੋਂ ਲਿਖਿਆ ਪੜ੍ਹਦੇ ਹਾਂ, ਉਹਦਾ ਕਾਰਨ ਆਪਾਂ ਅੱਜ ਸਮਝ ਲੈਣੇ ਆ। ਸੋ ਕਹਿੰਦੇ ਰਾਜਾ ਰਾਮ ਮੋਹਨ ਰਾਏ ਜੀ ਦੀ ਡੈਥ ਤੋਂ ਬਾਅਦ ਦਵਿੰਦਰਨਾਥ ਟੈਗੋਰ ਜੀ ਨੇ ਬੱਚੋ ਬ੍ਰਹਮੋ ਸਮਾਜ ਨੂੰ ਕੀ ਹੈ ਲੀਡ ਕੀਤਾ। ਉਹਦਾ ਮਤਲਬ ਜਿਹੜਾ ਸਾਰਾ ਆਪਾਂ ਕਹੀਏ ਵੀ ਮਤਲਬ ਮਾਹੌਲ ਬਣਾਇਆ ਹੋਇਆ ਹੈ, ਉਸ ਮਾਹੌਲ ਨੂੰ ਹੁਣ ਅੱਗੇ ਵਧਾਉਣਗੇ ਆਪਣੇ ਦਵਿੰਦਰਨਾਥ ਟੈਗੋਰ ਜੀ, ਜੋ ਕਿ ਆਪ ਇੱਕ ਬਹੁਤ ਮਤਲਬ ਚੰਗੀ ਬ੍ਰਾਹਮਣ ਫੈਮਿਲੀ ਨੂੰ ਬਿਲੋਂਗ ਕਰਦੇ ਹੈ। ਸੋ ਚੁਣੌਤੀ ਬਹੁਤ ਵੱਡੀ ਸੀ, ਪਰ ਇਹ ਬੱਚੋ ਸ਼ੁਰੂ ਕਰਨ ਤੋਂ ਪਹਿਲਾਂ ਮਤਲਬ ਇਹ ਜੁਆਇਨ ਕਰਨ ਤੋਂ ਪਹਿਲੇ BS ਦਾ ਮਤਲਬ ਬ੍ਰਹਮੋ ਸਮਾਜ ਹੈ। ਬ੍ਰਹਮੋ ਸਮਾਜ ਜੁਆਇਨ ਕਰਨ ਤੋਂ ਪਹਿਲਾਂ ਟੈਗੋਰ ਸਾਹਿਬ, ਇੱਥੇ ਟੈਗੋਰ ਮਤਲਬ ਦਵਿੰਦਰਨਾਥ ਟੈਗੋਰ ਹੈ। तो टैगोर साहब ने बच्चों एक सभा ऑर्गेनाइज ऑलरेडी की हुई है, जिसका नाम की है तत्वबोधनी सभा। किहड़े साल च कीती है बच्चों? 1839। ये वही साल है। पंजाब जीके दे विच महाराजा रणजीत सिंह दा देखो फिर किहड़ा साल है, तो उस साल बच्चों दविंद्रनाथ टैगोर जी ने की एस्टैबलिश की है तत्वबोधनी सभा। तो माड़ा जिहा आपां हुण अगे कहानी चलदे हैं। 1840 ਦੇ ਵਿੱਚ ਬੱਚੋ ਤਤਵਬੋਧਨੀ ਸਭਾ ਵੱਲੋਂ ਇੱਕ ਸਕੂਲ ਐਸਟੈਬਲਿਸ਼ ਕੀਤਾ ਗਿਆ, ਤਤਵਬੋਧਨੀ ਸਕੂਲ। ਤੇ ਇਸ ਸਕੂਲ ਦਾ ਬੱਚੋ ਆਪਣਾ ਫਿਰ ਇੱਕ ਟੀਚਰ ਅਪਾਇੰਟ ਕੀਤਾ ਸੀ ਦਵਿੰਦਰਨਾਥ ਟੈਗੋਰ ਜੀ ਨੇ, ਅਕਸ਼ੇ ਕੁਮਾਰ ਦੱਤਾ। ਅਕਸ਼ੇ ਕੁਮਾਰ ਦੱਤਾ। ਹੁਣ ਅੱਜ ਦੀ ਕਲਾਸ ਦੇ ਵਿੱਚ ਤੁਸੀਂ ਘੱਟੋ ਘੱਟ 8-10 ਇਹੋ ਜਿਹੀਆਂ ਪਰਸਨੈਲਿਟੀਆਂ ਸੁਣੋਗੇ ਕਿ ਜਿਹਨੂੰ ਪੇਪਰ ਦੇ ਵਿੱਚ ਪੜ੍ਹ ਕੇ ਆਪਸ਼ਨ ਦੇਖ ਕੇ ਐਂ ਲੱਗਦਾ ਹੈ ਵੀ ਬੜੀ ਹਿਸਟਰੀ ਪੜ੍ਹੀ ਸੀ, ਬੜੀ ਫਲਾਨੀ ਪੜ੍ਹੀ ਹੈ, ਬੜੀ ਸੁਸਾਇਟੀ ਪੜ੍ਹੀ ਹੈ, ਬੜੀ ਪੋਲਿਟੀ ਪੜ੍ਹੀ ਹੈ, ਬਟ ਆਹ ਬੰਦਾ ਫੇਰ ਵੀ ਪੇਪਰ ਵਾਲਾ ਪਤਾ ਨਹੀਂ ਕਿੱਥੋਂ ਕੱਢ ਲਿਆ ਹੈ, ਉਹ ਅੱਜ ਦੀ ਕਲਾਸ ਚੋਂ ਕੱਢ ਕੇ ਲਿਆਊਗਾ। ਅੱਜ 8-10 ਬੰਦੇ ਇਹੋ ਜਿਹੇ ਕਰਾਉਣੇ ਆ ਵੀ ਬਹੁਤ ਘੱਟ ਸੁਣਦੇ ਆ, ਸਿੱਧਾ ਪੇਪਰਾਂ ਦੇ ਵਿੱਚ ਸੁਣਾਂਗੇ। ਜਦੋਂ ਪਹਿਲਾਂ ਆ ਗਿਆ ਅਕਸ਼ੇ ਕੁਮਾਰ ਦੱਤਾ, ਇਹ ਯਾਦ ਰੱਖਿਓ ਬੱਚੋ, ਇਹ ਤਤਵਬੋਧਨੀ ਸਕੂਲ ਜਿਹੜਾ ਫਾਊਂਡ ਕੀਤਾ ਸੀ ਤਤਵਬੋਧਨੀ ਸਭਾ ਵੱਲੋਂ, ਇਹ ਉਹਨਾਂ ਦੇ ਅਪਾਇੰਟ ਕੀਤੇ ਗਏ ਸੀ ਟੀਚਰ। ਤੇ ਇਹਨਾਂ ਨੇ ਫਿਰ ਆਪਦੇ ਪ੍ਰਚਾਰ ਕਰਨ ਵਾਸਤੇ ਜਿਹੜੇ ਆਪਦੇ ਸੋਸ਼ਲ ਵੈਲਫੇਅਰ ਪ੍ਰੋਗਰਾਮਸ ਹੈ ਇਹ ਲੋਕਾਂ ਤੱਕ ਪਹੁੰਚਾਉਣ ਵਾਸਤੇ, ਲੋਕਾਂ ਦਾ ਕਲਿਆਣ ਕਰਨ ਵਾਸਤੇ ਫਿਰ ਤਤਵਬੋਧਨੀ ਸਭਾ ਨੇ ਬੱਚੋ ਇੱਕ ਪਬਲਿਸ਼ ਕੀਤਾ ਸੀ ਮੰਥਲੀ ਜਰਨਲ, ਜਿਹਨੂੰ ਆਪਾਂ ਕੀ ਕਹਿੰਦੇ ਆ ਤਤਵਬੋਧਨੀ ਪੱਤਰਕਾ। ਸੋ ਹਜੇ ਤੱਕ ਆਪਾਂ ਤਤਵਬੋਧਨੀ ਸਭਾ ਦੇਖੀ ਹੈ, ਤਤਵਬੋਧਨੀ ਸਕੂਲ ਦੇਖਿਆ ਤੇ ਤਤਵਬੋਧਨੀ ਪੱਤਰਕਾ ਦੇਖੀ ਹੈ। ਸਾਰਿਆਂ ਨਾਲ ਸੰਬੰਧਿਤ ਕੌਣ ਹੈ? ਦਵਿੰਦਰਨਾਥ ਟੈਗੋਰ ਜੀ ਹੈ। ਤਤਵਬੋਧਨੀ ਸਕੂਲ ਦਾ ਟੀਚਰ ਕੌਣ ਹੈ? ਅਕਸ਼ੇ ਕੁਮਾਰ ਦੱਤਾ ਹੈ। ਪਰਸਨੈਲਿਟੀਆਂ ਦੇਖਣੀਆਂ। ਸੋ ਫਾਈਨਲੀ ਫਿਰ ਆਪਾਂ ਦੇਖਦੇ ਹਾਂ ਜਦੋਂ ਇਹਨਾਂ ਨੇ ਫਿਰ ਕੀ ਕੀਤਾ,
ਫਾਰਮਲੀ ਫਾਈਨਲੀ ਆ ਪੁਆਇੰਟ ਆ ਗਿਆ ਜਿਹੜਾ ਆਪਾਂ ਕਿਤਾਬਾਂ ਤੋਂ ਡਾਇਰੈਕਟ ਪੜ੍ਹਦੇ ਹੁੰਨੇ ਆ ਵੀ ਕੀ ਲਿੰਕ ਹੈ। ਫਾਈਨਲੀ ਫਿਰ ਬੱਚੋ ਦਵਿੰਦਰ ਨਾਥ ਟੈਗੋਰ ਜੀ ਤੇ ਨਾਲ ਇਹਨਾਂ ਦੇ ਆਪ ਦਾ 20 ਬੰਦਿਆਂ ਦਾ ਜਥਾ ਹੈ, ਉਹਨਾਂ ਨੇ ਫਿਰ ਫਾਰਮਲੀ ਜੁਆਇਨ ਕਰ ਲਿਆ ਆਪਦੀ ਤਤਵ ਬੋਧਨੀ ਸਭਾ ਨੂੰ ਮਰਜ ਕਰ ਲਿਆ ਗਿਆ। ਇਹਦੇ ਵਿੱਚ ਬ੍ਰਹਮੋ ਸਮਾਜ ਦੇ ਵਿੱਚ ਬੱਚੋ 21 ਦਸੰਬਰ 1843 21 ਦਸੰਬਰ 1843 ਉਸ ਤੋਂ ਬਾਅਦ ਫਿਰ ਹੁਣ ਇਹ ਬ੍ਰਹਮੋ ਸਮਾਜ ਨੂੰ ਲੀਡ ਕਰਨਗੇ ਜਿਹੜੇ ਕਿ ਆਲਰੇਡੀ ਬੰਗਾਲ ਦੇ ਵਿੱਚ ਬਹੁਤ ਜ਼ਿਆਦਾ ਹਿੱਟ ਹੋ ਚੁੱਕੀ ਹੈ। ਬੰਗਾਲ 'ਚ ਸੁਪਰ ਡੁਪਰ ਹਿੱਟ ਹੋ ਗਈ, ਕਿਤੇ ਨਾ ਕਿਤੇ ਲੋਕਾਂ ਦੀਆਂ ਅੱਖਾਂ ਖੋਲਤੀਆਂ ਵੀ ਜਿਹੜੀਆਂ ਆਪਾਂ ਯਾਰ ਆਪਦੇ ਪਿੰਡ ਸ਼ਹਿਰ 'ਚ ਇਹ ਗੱਲਾਂ ਫੋਲੋ ਕਰੀ ਜਾਂਦੇ ਆ ਵੀ ਬਾਈ ਗੱਲ ਤਾਂ ਮਾੜੀ ਹੈ, ਬਟ ਫਿਲਹਾਲ ਤੁਹਾਨੂੰ ਪਤਾ ਹੈ ਸੁਧਾਰ ਲਿਆਉਣ 'ਚ ਸੈਂਕੜੇ ਸਾਲ ਲੱਗ ਜਾਂਦੇ ਆ। ਇਨਫੈਕਟ ਬਹੁਤ ਗੱਲਾਂ ਆਪਾਂ ਅੱਜ ਦੇਖਾਂਗੇ ਉਹਨਾਂ 'ਚ ਸੁਧਾਰ ਆਪਾਂ ਅੱਜ ਤੱਕ ਵੀ ਲਿਆ ਨਹੀਂ ਸਕੇ ਆਪਾਂ 21st ਸੈਂਚੁਰੀ ਦੇ ਵਿੱਚ। ਤੇ ਇੱਥੇ ਫਿਰ ਟੈਗੋਰ ਸਾਹਿਬ ਨੇ ਬ੍ਰਹਮੋ ਸਮਾਜ ਨੂੰ ਜੁਆਇਨ ਕਰਨ ਤੋਂ ਬਾਅਦ ਇੱਕ ਰਿਲੀਜੀਅਸ ਟੈਕਸਟ ਬੱਚੋ ਕੰਪਾਈਲ ਕੀਤਾ। ਸਿੱਧਾ ਪੁੱਛਣਗੇ ਪੇਪਰ ਦੇ ਮੁਤਾਬਕ, ਬਹੁਤ ਕੀਮਤੀ ਪੁਆਇੰਟ ਹੈ, ਦਵਿੰਦਰ ਨਾਥ ਟੈਗੋਰ ਜੀ ਦੇ ਪੁਆਇੰਟ ਚੱਲੀ ਜਾਂਦੇ ਆ। ਇਹਨਾਂ ਨੇ ਬੱਚੋ ਕੰਪਾਈਲ ਕੀਤਾ ਬ੍ਰਹਮੋ ਧਰਮ ਕੰਟੇਨਿੰਗ ਸਪਿਰਿਚੁਅਲ ਤੇ ਮੋਰਲ ਟੈਕਸਟਸ। ਸਿੰਪਲ ਜੀ ਗੱਲ ਹੈ ਵੀ ਜੋ ਵੀ ਆਪਣੇ ਹਿੰਦੂ ਸਕ੍ਰਿਪਚਰਸ ਹੈ, ਚਾਹੇ ਉਹ ਵੇਦ ਹੈ ਚਾਹੇ ਉਹ ਕੋਈ ਮਰਜ਼ੀ ਉਪਨਿਸ਼ਦ ਹੈ, ਵੀ ਜੋ ਵੀ ਆਪਾਂ ਹਿੰਦੂ ਸਕ੍ਰਿਪਚਰਸ ਦੀ ਗੱਲ ਕਰਦੇ ਆਂ ਸੋ ਉਹਦੇ ਵਿੱਚ ਇੱਕ ਵਧੀਆ ਜਿਹਾ ਟੈਕਸਟ, ਇੱਕ ਰਿਲੀਜੀਅਸ ਟੈਕਸਟ ਹੀ ਆਪਾਂ ਕਹਿ ਸਕਦੇ ਹਾਂ ਹੈਗਾ ਹੀ ਰਿਲੀਜੀਅਸ ਟੈਕਸਟ ਹੈ। ਉਹ ਇਹਨਾਂ ਨੇ ਕੰਪਾਈਲ ਕੀਤਾ ਵੀ ਜਿਹਦੇ ਲੋਕਾਂ ਨੂੰ ਮਤਲਬ ਮੋਰਲੀ ਆਪਾਂ ਨੂੰ ਐਥੀਕਲੀ ਆਪਾਂ ਨੂੰ ਆਪਣੇ ਸਮਾਜ ਦੇ ਵਿੱਚ ਆਪਣੀ ਰਹਿਣੀ ਸਹਿਣੀ ਕਿਵੇਂ ਹੋਣੀ ਚਾਹੀਦੀ ਹੈ। ਸੋ ਇਹ ਟੈਕਸਟ ਬੱਚੋ ਆਪਣਾ ਧਾਰਮਿਕ ਵੀ ਹੈ, ਸਪਿਰਿਚੁਅਲ ਵੀ ਹੈ ਤੇ ਮੋਰਲ ਲੋਕਾਂ ਨੂੰ ਕੀ ਹੈ ਆਪਾਂ ਕਹਿ ਦਈਏ ਵੀ ਡਿਸਪਲਿਨ ਵੀ ਸਿਖਾਊਗਾ ਵੀ ਤੁਹਾਡਾ ਵਿਵਹਾਰ ਕਿਹੋ ਜਿਹਾ ਹੋਣਾ ਚਾਹੀਦਾ ਹੈ। ਚਲੋ ਵੀ तो हुण देखना फाइनली दविंदर नाथ टैगोर जी तो बाद हुण अपने अज दी क्लास दी पहली धाकड़ स्लाइड आ गई। हुण तां क्लास अपनी बहुत नरम जे माहौल चली जाती है, बहुत ठंडी जी लगी जाती हो। तो फाइनली फिर ब्रह्मो समाज दे विच हुण जिहड़ा अगला ग्रुप आउण जा रहा बच्चों, ये आउण जा रहा है क्रांतिकारी, जां आपां कह सकदे हां भी हुण ब्रह्मो समाज दे विच यंग ब्लड आउण जा रहा है। यंग ब्लड फिर तुहानूं पता ही है वो फिर आए नहीं हैगा भी हौली हौली सुधार हुंदा जाऊगा। वो तां कहंदा मैं तां कल नूं लिआउणा है भी जिहड़ी चीज़ ये चली जांदी है अपने समाज दे विच 1000 साल तो 100 साल तो 500 साल तो, कहंदा कल तो खत्म करनी है। कहंदे आपां क्रांति लिआउणी है। सो एक रेवोल्यूशनरी बंदा ब्रह्मो समाज दे विच पैर धरन जा रहा बच्चों। ये कौन होणगे? केशव चंद्र सेन। सारी कहानी वधिया फिट हुंदी जाऊगी। अज तो बाद इस टॉपिक के सवाल नूं तुसीं पेपर 'च वेट करोगे ते बच्चा पार्टी बड़ी खुरकी जाती है भी ब्रह्मो समाज ऑफ इंडिया, ब्रह्मो समाज की है, सधारण ब्रह्मो समाज की है, आदि ब्रह्मो समाज की है, वो सारे आप देखांगे। ये असल च सारी कहानी पलटू कौन? केशव चंद्र सेन। पहली गल तां जदों केशव चंद्र सेन ब्रह्मो समाज दे विच आ गया, ये कहंदा बंगाल दे विच इहनूं प्रचार करन दा की फायदा जो अपना एडा सिरा ब्लॉकबस्टर आइडिया है। कहंदा आपां सारे देश च प्रचार करो, कहंदे मद्रास तक प्रचार करो, देश के दूजे कोने ते जाओ, महाराष्ट्र च प्रचार करो, पंजाब च प्रचार करो, कहंदे आपां सुधार सारे मुल्क दे विच लैके आओ। दूजी गल ब्रह्मो समाज दा कल आपां की देखिया करैक्टर अप्रोच की सी उन्हां दी सैक्यूलर, वो कल्ले हिंदूइज्म च रिफॉर्म लिआउण दी गल कहंदे सी। ये कहंदा जिस धर्म दे विच जो भी कुरीतियां ने कहंदा आपां सब दे खिलाफ ही बोलना है। मतलब इन्हां ने ब्रह्मो समाज दी सिद्धांतां नूं भी की है ढक देना है, क्योंकि बंदा क्रांतिकारी यंग ब्लड है। तो कुल मिला के लाउणगे सिरा। हुण किरा आउण सार बोलण चलण ढंग बड़ा जबरदस्त सी उन्हां समियां दे विच। ते दविंदर नाथ टैगोर देख के पूरा खुश हो गया भी बड़ा घैंट मुंडा टक्करिया होए भी हुण सारी कमान फिर आपां इहनूं ही संभालणी है। तो फाइनली फिर दविंदर नाथ टैगोर जी ने केशव चंद्र सेन नूं आचार्य बनाता। बट बंदा की है जिवें पंजाबी च नहीं आपां कह दिंदे भी पंजाबी च आपां आपदे पिंड च कोई ज़्यादा बोलदा बंदा, भी ज़्यादा प्रचार करदा बंदा, पिछे जे बुढ़े जे बैठे होंदे, बजुर्ग जे बैठे होंदे आ, वो कह दिंदे चक बगाइयां गल्लां करी जांदा है। इन्हां गल्लां दा सामना करना पऊगा केशव चंद्र सेन नूं, क्योंकि ये बंदे दी जिहड़ी थॉट है मतलब ये बंदा की है अड़ब वाला कह सकते हैं। जदों इस बंदे ने शरेआम आचार्य बनने तो बाद सीधा कहता भी जिहड़ी चीज़ आपां एक्ट पास करो, ये चीज़ आपां कानून लिआवांगे, फलाना करांगे, आपां करो बंद, आपां करो अबॉलिश। जदों भाईआं ने 2-4 दिनां जे कीता दविंदर नाथ टैगोर दे तां बन गई। टैगोर कहंदा भरावा तेरे मूहरे हत्थ बन्ने, कहंदा असीं घरे भी जाना है, कहंदा असीं आप ही ब्राह्मण है, कहंदा असीं आपदे पिंड च भी रहना, गली महल्ले च भी रहना, कहंदा साडे जुत्त गाना पवा दी भी थोड़ा जिहा ना
ਰੱਬ ਲੱਗਦੀ ਗੱਲ ਕਰਿਆ ਕਰ। ਕੁੱਲ ਮਿਲਾ ਕੇ ਹੁਣ ਚੱਕਰ ਸਮਝ ਗਏ ਤੁਸੀਂ ਮੇਰਾ ਕੀ ਕਹਿਣਾ ਚਾਹੁੰਦੇ ਆ ਵੀ ਇਹ ਇਹੋ ਜਿਹਾ ਮੁੰਡਾ ਜਿਵੇਂ ਕਹਿੰਦੇ ਲੋੜ ਤੋਂ ਜ਼ਿਆਦਾ ਮੁੰਡਾ ਸੱਚ ਬੋਲਦਾ ਹੈ, ਉਹ ਕੌਣ ਹੈ? ਕੇਸ਼ਵ ਚੰਦਰ ਸੇਨ ਹੈ। ਬਟ ਐਡੀ ਛੇਤੀ ਕਹਿੰਦਾ ਆਪਾਂ ਕ੍ਰਾਂਤੀ ਨਹੀਂ ਲਿਆਉਣੀ, ਕਹਿੰਦੇ ਆਪਾਂ ਰਿਫਾਰਮ ਲਿਆਉਣੇ ਹੈ, ਰੈਵੋਲਿਊਸ਼ਨ ਨਹੀਂ ਲਿਆਉਣੀ। ਤਾਂ ਕੁੱਲ ਮਿਲਾ ਕੇ ਫਾਈਨਲੀ ਫਿਰ ਕੇਸ਼ਵ ਚੰਦਰ ਸੇਨ ਤੇ ਦਵਿੰਦਰ ਨਾਥ ਟੈਗੋਰ ਜੀ ਦੀ ਖੜਕ ਗਈ। ਐਸੀ ਖੜਕੀ, ਪਹਿਲਾਂ ਤਾਂ ਆਚਾਰਿਆ ਬਣਾਇਆ, ਫਿਰ 5-7 ਸਾਲਾਂ ਬਾਅਦ ਆਚਾਰਿਆ ਦੀ ਗੱਦੀ ਤੋਂ ਡਿਸਮਿਸ ਕੀਤਾ। ਉਦੋਂ ਬਾਅਦ ਪਾੜ ਪੈ ਗਿਆ। ਇਹ ਕਹਿੰਦੇ ਜੀ ਮੈਂ ਤਾਂ ਆਪਦੇ ਰਾਸਤੇ ਤੇ ਜਾਊਂਗਾ, ਕਹਿੰਦਾ ਮੈਂ ਤਾਂ ਮਹਾਰਾਸ਼ਟਰ ਵਿੱਚ ਵੀ ਜਾਊਂਗਾ, ਕਹਿੰਦਾ ਮੈਂ ਤਾਂ ਪ੍ਰਚਾਰ ਸਾਰੇ ਦੇਸ਼ 'ਚ ਕਰੂੰਗਾ, ਇਕੱਲੇ ਬੰਗਾਲ ਤੱਕ ਸੀਮਤ ਬ੍ਰਹਮੋ ਸਮਾਜ ਨੂੰ ਨਹੀਂ ਰੱਖੂੰਗਾ। ਕਹਿੰਦਾ ਕਰੋ ਕੀ ਕਰਨਾ ਹੈ। तो पहला पहाड़ फिर पै गया। सो एक गुट बन गया दविंद्र नाथ टैगोर जी का, एक गुट बन गया केशव चंद्र सेन का। सो माड़ा पढ़ लिया आप, ठीक है। कहते ब्रह्मो समाज दे विच फिर एक्सपीरियंस किया एक ताकतवर फेस आ रहा है भी फुल ऑफ एनर्जी, एनर्जैटिक यंग ब्लड आ गया जो कहते केशव चंद्र सेन जी ने ब्रह्मो समाज को ज्वाइन किया 1857। एक पासे देश च विद्रोह हो रहा है भी लोग तो सियाने होणगे विद्रोह तो बाद, ये कहना हुण तो सारे देश च करो। देश च यंग केशव फाउंडेड अ स्मॉल सोसाइटी, इन्होंने एक स्मॉल सोसाइटी फाउंड की जिहड़ा कि पेपर वाला आपको सीधा पूछूगा संगत सभा। संगत सभा बच्चों फाउंड किने की है तो आपां टिक लावांगे केशव चंद्र सेन। समझ गए, वेरी गुड। चलो माड़ा जिहा मैं तो साइड ते कर दिया बारी विच वजी है। चलो कादे वास्ते टू डिस्कस स्पिरिचुअल एंड सोशल प्रॉब्लम्स ऑफ द डे भी आपां रोजमर्रा दी जिंदगी दे विच जो भी समस्यावां हैगियां अपने समाज नूं किते ना किते मतलब जकड़ी बैठियां, लोग अपने अनपढ़ होकर फॉलो करी जाते हैं। सो उसके खिलाफ आप चर्चा करो, डिबेटा शुरू करो। संगत सभा स्टैबलिश की। आ देखो ये जो बंदे ने काम चलाया फिर तो अपन होंगे ही है, बंदा घैंट ओए लाओ मूरे। सो सून दविंद्र नाथ मेड हिम आचार्य ऑफ ब्रह्मो समाज इन 1858। माड़ा साल कट्टिया जा रहा, उपर कर देने किसी को घबराहट हो जू, पता नहीं थले की रह गया, साल ही है 1858 दे विच। सो उस तो बाद फिर भाई 1861 दे विच केशव ने लॉन्च किया काव दा जर्नल। अज बाले फैक्ट देखने पंगा हुंदा तां ही मैं छेड़दा नहीं हुंदा, उपर नीचे करके मैं घट ही खुश है। मैं चाहना भी आप शांतमई तरीके नाल क्लास ला लगे, क्रांति आप भी ना ले गए, थोड़ा जिहा इधर कर लिए। चलो अज आप बड़ा कुछ देखांगे भी इंडियन मिरर कौन लेके आया, इंदू प्रकाश कौन लेके आया, इंडियन सोशल कॉन्फ्रेंस कौन लेके आया। सीधा सैंकड़े पॉइंट बन गए यार, सब तो स्कोरिंग टॉपिक है। आराम नाल ठंडे बतने क्लास लाई चलो, ठीक है ना, बड़ा मत्थे दी त्योड़ियां पाउण दी लोड़ नहीं, करनी पैना है। तो 1861 में बच्चों केशव जी ने लेके आंदा एक जर्नल इंडियन मिरर। एक पिछे पढ़ के आए हैं वो ना ही सौखा सीगा यार, तो बोधनी पत्रकार दविंद्र नाथ टैगोर ते केशव चंद्र सेन भी लिया, उहदा गां चेला भी लिया। सो इन्होंने बच्चों ट्राई किया, देखो कि टू मेक ब्रह्मो समाज एन ऑल इंडिया मूवमेंट। हुण आ गई डेंजर चीज, पर याद है कांग्रेस दे विच पाड़ भी ही पिया सीगा, गर्म दल ते नरम दल। गर्म बंदे कहंदे सी भी आपां स्वदेशी बाइकआउट मूवमेंट सारे देश च लैके आओ, ते जिहड़े अपने नरम बंदे सी वो कहंदे नहीं यार बंगाल नूं वंडिया आपां बंगाल च ही रखो। वो चीज जमां डिटो सेम इत्थे हुई भी पहलां। ये कहंदा ब्रह्मो समाज नूं आपां ऑल इंडिया मूवमेंट बनाउणा है, जिहदे वास्ते फिर केशव ने की है वधिया सारे मुल्क दे विच दौरा करना स्टार्ट कीता। ते ऐ नहीं फोके दौरे है, पढ़ांगे आपां केशव चंद्र सेन करके ही बच्चों आप कह सकते हैं मूवमेंट बंगाल चली जाती है, देश के इधर कोने च पहुंचन जा रही है। मतलब एक मूवमेंट पहुंच गई बंबे, एक पहुंच गई मद्रास। लग गया ना सिरा। वो आ देखो लिखा एज अ रिजल्ट ऑफ हिज मिशन। सो इत्थे हिज बच्चों केशव की गल कर रहे हैं आपां, कहते वेद समाज बन गया ते प्रार्थना समाज बन गया। वेद समाज बच्चों कित्थे एस्टैबलिश किया गया, मद्रास दे विच, ते प्रार्थना समाज कित्थे एस्टैबलिश किया गया, महाराष्ट्र दे विच। तो कुल मिला के बहुत ही चोटी का पॉइंट है ये। बस दोनों आप अगे डिटेल ही पढ़ांगे भी वेद समाज मद्रास च कौन लेके आए है ते प्रार्थना समाज, पर दोने की सपोर्ट दे नाल आए है तो आप टिक लावांगे केशव दी। तो काम चला लिया पूरा। हुण दविंद्र नाथ टैगोर दे भाती बन गए, क्योंकि ये गल्लां हुण करूगा किहड़ियां चैलेंज। आ देखो कहते केशव जी दियां जो टीचिंग्स है, जिहड़ा आउटलुक है, ये बड़ा ज्यादा रैडिकल है। आप रैडिकल वर्ड बहुत वरतते हैं लाइफ है ना, ये फलाना बड़ा रैडिकल सोच है बंद। रैडिकल का मतलब की हुंदा है, आप किसी भी थॉट नूं किसी भी सोच नूं आप रैडिकल कह दिंदे हैं। उही सिंपल भी जदों किसी बंदे नूं सीधा ओपनली चैलेंज कर देना
ਵੀ ਜਾ ਯਾਰ ਤੂੰ ਆਪਣਾ ਮੁਲਕ ਇਹ 100 ਸਾਲ ਤੋਂ ਕੁਝ ਹੀ ਮੰਨ ਲਓ ਮੰਨਦਾ ਹੁੰਦਾ ਹੈ, ਸਿੱਧਾ ਉਹਦੇ ਮੂੰਹ ਤੇ ਖੜ ਕੇ ਉਹਨੂੰ ਨਕਾਰ ਦੇਣਾ ਵੀ ਅੱਜ ਤੋਂ ਬਾਅਦ ਮੈਂ ਇਸ ਚੀਜ਼ ਨੂੰ ਮੰਨਦਾ ਨਹੀਂ, ਮੈਂ ਚੈਲੰਜ ਕਰਦਾ। ਸਾਰਾ ਪਿੰਡ ਕਿਹੜਾ ਤਾਂ ਕਹੂਗੀ ਇਹ ਫਿਰ ਚਿੱਤਰ ਖਾਣ ਵਾਲੀ ਗੱਲ। ਤਾਂ ਉਹਨੂੰ ਕਹਿ ਦਿੰਦੇ ਆ ਵੀ ਇਸ ਬੰਦੇ ਦੀ ਬਾਹਲੀ ਰੈਡੀਕਲ ਸੋਚ ਹੈ, ਵੀ ਸ਼ਰੇਆਮ ਕੋਈ ਚੀਜ਼ ਪਰੰਪਰਾਵਾਂ ਹਜ਼ਾਰਾਂ ਸਾਲਾਂ ਤੋਂ ਚੱਲਦੀ ਆਉਣੀ ਨੂੰ ਸਿੱਧਾ ਫੰਡਾਮੈਂਟਲੀ ਚੈਲੰਜ ਕਰ ਦੇਣਾ, ਉਹਨੂੰ ਕਹਿੰਦੇ ਨੇ ਰੈਡੀਕਲ ਥਾਟ। ਸੋ ਇਹ ਬੰਦਾ ਸ਼ਰੇਆਮ ਕਰ ਰਿਹਾ ਹੈ, ਜਿਹਦੇ ਕਰਕੇ ਫਿਰ ਉਹਨੂੰ ਐ ਹੋ ਗਿਆ ਮੇਰੇ ਤਾਂ ਦਵਿੰਦਰ ਨਾਥ ਨੂੰ ਪਤਾ ਵੀ ਮੇਰੇ ਘਰੇ ਪਊਗਾ, ਹੁਣ ਗੱਲ ਨਹੀਂ ਬਾਤ ਨਹੀਂ ਵੀ ਗਲੀ ਮਹੱਲੇ 'ਚ ਵੀ ਰਹਿਣਾ, ਤੁਸੀਂ ਕਿਹੋ ਜਿਹਾ ਬੰਦਾ ਲਾ ਲਿਆ। ਡੈਟ ਹੀ ਬ੍ਰੌਟ ਟੀਚਿੰਗਸ ਆਫ ਅਦਰ ਰਿਲੀਜਨਸ ਇਨ ਦਾ ਸਭਾ। ਉੱਤੋਂ ਇਹ ਬੰਦੇ ਨੇ ਕੀ ਕੀਤਾ, ਸਭ ਧਰਮਾਂ ਦੀ ਚਰਚਾ ਆਪਦੀ ਸਭਾ ਦੇ ਵਿੱਚ ਸਟਾਰਟ ਕਰ ਪੈ ਗਿਆ ਚੱਕਰ। ਤੇ ਦਵਿੰਦਰ ਨਾਥ ਜੀ ਨੂੰ ਫਿਰ ਇਹ ਆਪਣਾ ਜਿਹੜਾ ਸੇਨ ਦਾ ਆਈਡੀਆ ਸੀ, ਕੇਸ਼ਵ ਚੰਦਰ ਸੇਨ ਦਾ ਆਈਡੀਆ ਹੈ, ਕਿ ਭਾਈ ਇਹਨਾਂ ਨੇ ਲਾਈਕ ਨਹੀਂ ਕੀਤਾ ਤੇ ਕਹਿੰਦੇ ਦਿਸ ਇਜ਼ ਨਾਟ ਗੁੱਡ ਐਂਡ ਹੀ ਵਾਜ਼ dismissed from office of ਆਚਾਰਿਆ in 1865। ਇਹ ਚੀਜ਼ ਆਪਾਂ ਯਾਦ ਰੱਖਣੀ ਹੈ, ਜਿਹਦੇ ਕਰਕੇ ਫਿਰ ਫਾਈਨਲੀ ਬ੍ਰਹਮੋ ਸਮਾਜ ਦੇ ਵਿੱਚ ਪਹਿਲਾ ਸਪਲਿਟ, ਪਹਿਲਾ ਪਾੜ ਪੈਣ ਜਾ ਰਿਹਾ ਹੈ। ਜਿਵੇਂ ਆਪਾਂ 1907 ਸੂਰਤ ਸਪਲਿਟ ਆਫ ਕਾਂਗਰਸ ਪੜ੍ਹਦੇ ਹੁੰਦੇ ਆ, ਇੱਥੇ 1866 ਦੇ ਵਿੱਚ ਬ੍ਰਹਮੋ ਸਮਾਜ ਦੇ ਵਿੱਚ ਸਪਲਿਟ ਹੋਣ ਜਾ ਰਿਹਾ ਹੈ। ਸੋ ਬੜਾ ਹੀ ਕੀਮਤੀ ਪੁਆਇੰਟ ਆ ਬੱਚੋ, ਜਦੋਂ ਹੀ ਮੈਂ ਸਾਈਡ ਤੇ ਹੁੰਨਾ ਵੀਡੀਓ ਨੂੰ ਪੌਜ਼ ਕਰਕੇ ਨੋਟ ਕਰਨ ਦੀ ਕੋਸ਼ਿਸ਼ ਕਰਿਆ ਕਰੋ। ਇਹ ਸਾਰਾ ਮੈਂ ਪਹਿਲਾਂ ਨੋਟ ਕੀਤਾ ਹੈ, ਤੁਸੀਂ ਤਾਂ ਸ਼ਾਰਟਕਟ ਵਰਤੇ ਚੰਗੇ ਲੱਗਦੇ ਹੋ ਵੀ ਯਾਰ ਆਪ ਤਾਂ ਮੌਜ ਨਾਲ ਇਹ ਟਾਈਪ ਕਰਾਈ ਜਾਂਦਾ, ਟਾਈਪਿੰਗ ਵਾਲਿਆਂ ਤੋਂ ਆਪ ਤਾਂ ਮੱਥਾ ਮਾਰਦੇ, ਸਾਡੇ ਕੱਲਿਆਂ ਦਾ ਮਰਾਈ ਜਾਂਦਾ। ਤੇ ਬਰਾਬਰ ਮਿਹਨਤ ਮੈਂ ਵੀ ਕਰ ਰਿਹਾ, ਜਦੋਂ ਪੜਾਉਣ ਵਾਲਾ ਕਰੀ ਜਾਂਦਾ ਤੇ ਤੁਹਾਨੂੰ ਕਰਨ 'ਚ ਵੀ ਕੀ ਹਰਜ ਹੈ ਯਾਰ, ਹੈ ਨਾ। ਹੋਣੀ ਚਾਹੀਦੀ ਹੈ, ਮਿਹਨਤ ਕਰਨੀ ਚਾਹੀਦੀ ਹੈ। ਚਲੋ ਆਹ ਦੇਖੋ ਫਿਰ, ਸੋ ਫਾਈਨਲੀ ਬੱਚੋ ਬਟ ਜਿਹੜਾ ਕੇਸ਼ਵ ਦਾ ਮਿਸ਼ਨ ਸੀ, ਹੁਣ ਇਹ ਬੰਦਾ ਪਿੱਛੇ ਪੈਰ ਨਹੀਂ ਧਰਦਾ, ਕਹਿੰਦਾ ਆੜੀ ਕੋਸ਼ੀ ਹੋ ਜੇ, ਕੋਈ ਚੱਕਰ ਵਾਲੀ ਗੱਲ ਨਹੀਂ, ਤੂੰ ਆਪਦਾ ਅੱਡ ਹੀ ਰਹਿ, ਹੁਣ ਮੈਂ ਤਾਂ ਕਹਿੰਦਾ ਐਂ ਚੱਲੂ। ਕੇਸ਼ਵ ਐਂਡ ਹਿਸ ਫੋਲੋਅਰਸ ਇਹਨਾਂ ਨੇ ਫਿਰ ਫਾਊਂਡ ਕੀਤਾ, ਆ ਗਿਆ ਬੱਚੋ ਬ੍ਰਹਮੋ ਸਮਾਜ ਆਫ ਇੰਡੀਆ। तो जे ਤਾਂ ਕੱਲਾ ਪੁੱਛਿਆ ਬ੍ਰਹਮੋ ਸਮਾਜ ਕਿਹਨੇ ਐਸਟੈਬਲਿਸ਼ ਕੀਤਾ ਹੈ, ਤਾਂ ਆਪਾਂ ਟਿਕ ਲਾਵਾਂਗੇ ਰਾਜਾ ਰਾਮ ਮੋਹਨ ਰਾਏ। ਜੇ ਪੁੱਛਿਆ ਬ੍ਰਹਮੋ ਸਮਾਜ ਆਫ ਇੰਡੀਆ ਕਿਹਨੇ ਕੀਤਾ ਹੈ, ਤਾਂ ਆਪਾਂ ਟਿਕ ਲਾਵਾਂਗੇ ਕੇਸ਼ਵ ਚੰਦਰ ਸੇਨ। ਤੇ ਇਸ ਦਾ ਨਾਮ ਬੱਚੋ ਕੀ ਹੈ, ਨਵ ਵਿਧਾਨ। याद रख लियो, नव विधान, नव विधान समझ गए। ਜਿਹੜਾ ਫਿਰ ਆਪਣਾ ਦਵਿੰਦਰ ਨਾਥ ਟੈਗੋਰ ਜੀ ਦੀ ਸਭਾ ਸੀਗੀ ਬ੍ਰਹਮੋ ਸਮਾਜ ਵਾਲੀ, ਉਹਨਾਂ ਨੇ ਪਹਿਲਾਂ ਨਾਂ ਰੱਖਿਆ ਆਦਿ ਬ੍ਰਹਮੋ ਸਮਾਜ। तो ਦਵਿੰਦਰ ਆਦਿ मतलब ਹੁੰਦਾ ओल्ड ਪੁਰਾਣਾ। ਇਹ ਕਹਿੰਦੇ ਜਿਹੜੇ ਬ੍ਰਹਮੋ ਸਮਾਜ ਦੇ ਪੁਰਾਣੇ ਖਿਆਲ, ਪੁਰਾਣੇ ਸਿਧਾਂਤ ਹੈ, ਕਹਿੰਦੇ ਆੜੀ ਇਸ ਤੋਂ ਉਹੀ ਮੰਨਾਂਗੇ। ਤੇ ਜਿਹੜੇ ਉਹੀ ਮੰਨਣਾ ਚਾਹੁੰਦੇ ਹੈ ਉਹ ਭਾਈ ਆਦਿ ਬ੍ਰਹਮੋ ਸਮਾਜ ਦੇ ਮਗਰ ਲੱਗ ਜਾਓ। ਜਿਹੜੇ ਫਿਰ ਚੰਗੀ ਰੈਡੀਕਲ ਥੋਟ ਤਾਂ ਚੰਗੀ ਹੈ ਦੋਨਾਂ ਦੀ, ਕਿਤੇ ਨਾ ਮੰਨੋ ਹੁਣ ਵੀ ਆਪਾਂ ਨੂੰ ਨਕਾਰੀ ਜਾਂਦੇ ਆ। ਜਿਹੜਾ ਮਤਲਬ ਪੰਜਾਬੀ 'ਚ ਨਹੀਂ ਕਹਿੰਦੇ ਆਪਾਂ ਚੱਕਵੀਆਂ ਥਾਟਸ ਵਾਲੇ, ਉਹ ਫਿਰ ਕਹਿੰਦੇ ਭਾਈ ਬ੍ਰਹਮੋ ਸਮਾਜ ਆਫ ਇੰਡੀਆ। ਹਾਂ ਮਕਸਦ ਸਾਰਾ ਸੇਮ ਹੀ ਹੈ, ਬਸ ਇਹ ਸੋਚ ਦਾ ਫਰਕ ਪੈ ਜਾਂਦਾ। ਮਕਸਦ ਤਾਂ ਸਾਰਿਆਂ ਦਾ ਸੇਮ ਹੈ ਵੀ ਸਮਾਜ ਨੂੰ ਕਾਲੇ ਦੌਰ ਚੋਂ ਕੱਢਣਾ, ਸਮਾਜ ਚੋਂ ਕੁਰੀਤੀਆਂ ਖਤਮ ਕਰਨੀਆਂ, ਜਿਹੜਾ ਆਪਣੇ ਧਰਮ ਦੇ ਨਾਮ ਤੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ ਤੇ ਪੁਰਾਣੀਆਂ ਘਸੀਆਂ ਪਿਟੀਆਂ ਹਜ਼ਾਰ ਸਾਲਾਂ ਦੀਆਂ ਪਰੰਪਰਾਵਾਂ ਚੱਲਦੀਆਂ ਰਹੀਆਂ ਨੇ, ਲੜਨਾ ਸਾਰਿਆਂ ਨਾਲ ਸੇਮ ਹੈ। ਫਿਰ ਇੱਕ ਆਹ ਪੁਆਇੰਟ ਕੋ ਹੋਰ ਯਾਦ ਰੱਖ ਲਿਓ ਵੀ ਜਿਹੜੀ ਤਾਂ ਆਪਣੀ ਆਦਿ ਬ੍ਰਹਮੋ ਸਮਾਜ ਹੈ, ਆਪਣੇ ਦਵਿੰਦਰ ਨਾਥ ਟੈਗੋਰ ਵਾਲੀ, ਇਹਨਾਂ ਦਾ ਬੱਚੋ ਸਲੋਗਨ ਕੀ ਸੀਗਾ, ਬ੍ਰਹਮੋਇਜ਼ਮ ਇਜ਼ ਹਿੰਦੂਇਜ਼ਮ। ਕਿਉਂਕਿ ਜਿਹੜੀ ਬ੍ਰਹਮੋ ਸਮਾਜ ਅਸਲ ਸੀ ਉਹ ਇਕੱਲੇ ਹਿੰਦੂਇਜ਼ਮ ਨੂੰ ਪਿਉਰੀਫਾਈ ਕਰਨ ਦੀ ਗੱਲ ਕਰਦਾ ਸੀ। ਜਿਹੜਾ ਫਿਰ ਆਪਣਾ ਸਲੋਗਨ ਆਪਣੇ ਕੇਸ਼ਵ ਚੰਦਰ ਸੇਨ ਵਾਲੀ ਦੀ ਬ੍ਰਹਮੋ ਸਮਾਜ ਆਫ ਇੰਡੀਆ ਦਾ, ਬ੍ਰਹਮੋ ਸਮਾਜ ਆਫ ਇੰਡੀਆ ਲਿਆਇਆ ਨਾ, ਮਗਰ ਇੰਡੀਆ ਵੀ ਸਾਰੇ ਦੇਸ਼, ਮੈਂ ਵੀ ਜ਼ਿਆਦਾ ਹੀ ਕਰਦਾ ਹੁੰਦਾ ਕਿਉਂਕਿ ਮੇਰੇ ਦਿਮਾਗ 'ਚ ਤਸਵੀਰ ਬਣੀ ਵੀ ਹੈ ਵੀ ਕੇਸ਼ਵ ਚੰਦਰ ਸੇਨ ਚਾਹੁੰਦਾ ਵੀ ਮੈਂ ਆਲ ਇੰਡੀਆ ਬਣਾਵਾਂ, ਕਿਆ ਕਰਨਾ ਸੌਖਾ ਨਹੀਂ ਹੋ ਗਿਆ, ਬ੍ਰਹਮੋ ਸਮਾਜ ਆਫ ਇੰਡੀਆ। ਤੇ ਇਹਦਾ ਸਲੋਗਨ ਬੱਚੋ ਕੀ ਹੈ, ਬ੍ਰਹਮੋਇਜ਼ਮ ਇਜ਼ ਕੈਥੋਲਿਕ ਐਂਡ ਯੂਨੀਵਰਸਲ। ਤੇ ਯੂਨੀਵਰਸਲ ਮੁੱਦਾ ਬਣਾਇਆ ਇਸ ਬੰਦੇ ਨੇ। ਚਲੋ ਵੀ ਤਾਂ ਫਾਈਨਲੀ ਫਿਰ ਹੁਣ ਪਹਿਲਾ ਪਾਰਟ ਆਪਾਂ ਨੂੰ ਗਿਆ ਦਿਸ, ਬਟ ਜ਼ਿੰਦਗੀ ਹੈ, ਜ਼ਿੰਦਗੀ 'ਚ ਕਹਿੰਦੇ ਫਿਰ ਹਰ ਬੰਦਾ, ਹੁਣ ਕੋਈ ਐਂ ਤਾਂ ਹੈ ਨਹੀਂ ਵੀ ਉਹ ਬੰਦਾ ਆਪਾਂ ਕਿਹੜਾ ਡਾਊਨਲੋਡ ਕਰ ਲਿਆ ਵੀ ਜ਼ਿੰਦਗੀ ਪਰ ਕੋਈ ਗਲਤੀ ਨਹੀਂ ਕਰੂਗਾ ਜਾਂ ਜ਼ਿੰਦਗੀ 'ਚ ਕੋਈ ਗਲਤ ਸਟੈਪ ਨਹੀਂ ਚੱਕਿਆ ਜਾਊਗਾ। ਇੱਥੇ ਹੁਣ ਕੇਸ਼ਵ ਚੰਦਰ ਸੇਨ ਨਾਲ ਭੈੜੀ ਕਿਵੇਂ ਹੋ ਗਈ, ਜਿਹੜੇ ਸਿਧਾਂਤਾਂ ਨੂੰ ਪਿੱਛੇ, ਜਿਹੜੇ ਮਤਲਬ ਕਾਨੂੰਨ ਲਿਆਉਣ ਦੀ ਗੱਲਾਂ ਕਰਦਾ ਸੀ ਕੇਸ਼ਵ ਚੰਦਰ ਸੇਨ, ਵੀ ਸਮਾਜ ਐਂ ਹੋ ਗਿਆ ਵੀ ਵੂਮੈਨਸ ਨਾਲ ਧੱਕਾ ਹੋ ਰਿਹਾ, ਕੁਛ ਵੀ ਹੈ ਇਹ ਹੈ। ਬ੍ਰਹਮੋ ਸਮਾਜ ਆਫ ਇੰਡੀਆ ਦੇ ਵਿੱਚ ਉਦੋਂ ਧੱਕਾ ਹੋ ਗਿਆ ਜਦੋਂ ਕੇਸ਼ਵ ਚੰਦਰ ਸੇਨ ਨੇ ਆਪ ਉਲੰਘਣਾ ਕਰਤੀ। ਉਸ ਨੂੰ ਮੈਂ ਅੱਗੇ ਦੱਸਦਾ, ਕਿਉਂਕਿ ਅੱਗੇ ਜਿਹੜੀ ਕੇਸ਼ਵ ਚੰਦਰ ਸੇਨ ਦੀ ਬ੍ਰਹਮੋ ਸਮਾਜ ਆਫ ਇੰਡੀਆ, ਇਹਦੇ ਵਿੱਚ ਅੱਗੇ ਜਾ ਕੇ ਫੇਰ ਪਾੜ ਪੈ ਗਏ। ਉਹ ਤਾਂ ਦੋ ਬਣ ਜਾਣਗੇ, ਸਧਾਰਨ ਬ੍ਰਹਮੋ ਸਮਾਜ ਆ ਜਾਊਗੀ। ਉਹ ਸਮਝਦੇ ਕਿਉਂ, ਉਸ ਨੂੰ ਦੱਸ ਹੀ ਦਿੰਦਾ ਨੀਲਮ ਕੌਰ ਨੂੰ ਸਸਪੈਂਸ ਰੱਖਣ ਲਈ ਕੀ ਗੱਲ ਹੈ, ਕਿਉਂਕਿ ਬ੍ਰਹਮੋ ਸਮਾਜ ਆਫ ਇੰਡੀਆ ਦਾ ਜਿਹੜਾ ਹੈਡ ਹੈ ਕੇਸ਼ਵ ਚੰਦਰ ਸੇਨ,
ਇਹਨੇ ਆਪਦੀ 13 ਸਾਲਾਂ ਦੀ ਕੁੜੀ ਦਾ ਵਿਆਹ ਆਪਣੇ ਇੱਕ ਮਾਈਨਰ, ਉਹ ਵੀ ਹਲੇ ਮਾਈਨਰ ਹੀ ਸੀ, ਕੂਚ ਬਿਹਾਰ ਦਾ ਰਾਜਾ, ਉਹਦੇ ਨਾਲ ਵਿਆਹ ਕਰਾਤਾ। ਸਾਰੇ ਉਹਦੇ ਫੋਲੋਅਰਸ ਕੇਸ਼ਵ ਚੰਦਰ ਚਿੰਦ ਸੁੰਨ ਹੋ ਗਏ, ਸਾਹਿਬ ਜੀ ਨੇ ਆਹ ਕੀ ਕਰਤਾ ਹੋਏ। ਹੈਗੀ ਨਾ ਫਿਰ ਉਹੀ ਜਨਤਾ ਤੋਂ ਗਾਲਾਂ ਲੈਣ ਵਾਲੀ, ਵੀ ਸਾਨੂੰ ਤਾਂ ਬਲਾਂ ਸਿੱਖਿਆ ਮਤਲਬ ਦੇਈ ਜਾਂਦੇ ਵੀ ਐਂ ਕਰੋ, ਜਿਉਂ ਕਰੋ, ਐਂ ਕਰੋ, ਜਿਉਂ ਕਰੋ। ਜਦੋਂ ਆਪਦੀ ਵਾਰੀ ਆ ਗਈ ਤੇ ਆਪਦੀ ਕੁੜੀ ਮੌਜ ਨਾਲ ਤੋਰਤੀ, ਉਹ ਵੀ 13 ਸਾਲ ਦੀ ਕੁੜੀ। ਫਿਰ ਗੱਲ ਉਹੀ ਆ ਗਈ ਨਾ, ਰਿਸ਼ਤਾ ਰਾਜੇ ਦਾ ਆ ਗਿਆ। ਹੁਣ ਰਾਜੇ ਦਾ ਰਿਸ਼ਤਾ ਕਿੱਥੇ ਮੋੜਿਆ ਜਾਂਦਾ, ਆਪ ਸਿਆਣਿਓ। ਫਿਰ ਇਹ ਕਹਿੰਦਾ ਯਾਰ ਵੀ ਹੁਣ ਵੀ ਬਾਈ ਯਾਰ ਮੈਂ ਕੀ ਕਰਾਂ ਯਾਰ, ਵੀ ਰਿਸ਼ਤਾ ਆ ਗਿਆ ਯਾਰ, ਨਹੀਂ ਮੋੜਿਆ ਗਿਆ। ਫਿਰ ਉਹੀ ਮਤਲਬ ਜਿਹੜਾ ਆਪਣੇ ਫਿਕਸ ਡਾਇਲੋਗ ਹੁੰਦੇ ਆ ਵੀ ਭਾਈ ਰੱਬ ਤਾਂ ਫਿਰ ਸੰਯੋਗ ਬਣਾ ਕੇ ਭੇਜਦਾ ਤੇ ਧੁਰੋਂ ਬਣ ਕੇ ਆਉਂਦੇ ਆ, ਕੌਣ ਮੋੜ ਸਕਦਾ ਭਾਈ ਵਿਆਹਤੀ। ਪਰ ਇੱਥੇ ਪਾੜ ਤਾਂ ਪੈ ਗਿਆ, ਇੱਥੇ ਇੱਕ ਹੋਰ ਚੌਥਾ ਬੰਦਾ ਆ ਜਾਊਗਾ, ਆਨੰਦ ਮੋਹਨ ਬੋਸ। ਸਾਰੀਆਂ ਪਰਸਨੈਲਿਟੀਆਂ, ਅਕਸ਼ੇ ਕੁਮਾਰ ਦੱਤ, ਰਾਜਾ ਰਾਮ ਮੋਹਨ ਰਾਏ, ਦਵਿੰਦਰ, ਕੇਸ਼ਵ ਤੇ ਆਨੰਦ ਮੋਹਨ, ਸਾਰੀਆਂ ਪਰਸਨੈਲਿਟੀਆਂ ਰੱਖਿਓ ਯਾਦ, ਆਪ ਪੜ੍ਹਦੇ ਆ। ਬਟ ਫਿਲਹਾਲ ਜਿਹੜਾ ਕੇਸ਼ਵ ਹੈ, ਇਹਦੀ ਸੋਚ ਜਮਾ ਰਾਜਾ ਰਾਮ ਮੋਹਨ ਰਾਏ ਵਾਲੀ ਹੈ। ਇਹ ਵੀ ਵੈਸਟਰਨ ਨੂੰ ਭੰਡਦਾ ਨਹੀਂ ਸੀਗਾ, ਇਹ ਕਹਿੰਦਾ ਵੈਸਟਰਨ ਐਜੂਕੇਸ਼ਨ ਹੋਣੀ ਵੀ ਜ਼ਰੂਰੀ ਹੈ। ਸਾਡਾ ਇੱਕ ਅੱਧੀ ਸਲਾਈਡ ਆਪਾਂ ਹੋਰ ਦੇਖ ਲਈਏ। ਚੱਕੋ, ਕਹਿੰਦੇ ਕੇਸ਼ਵ ਨੇ ਫਿਰ ਫਾਊਂਡ ਕੀਤਾ। ਕੇਸ਼ਵ ਇੱਕ ਜਰਨਲ ਲੈ ਕੇ ਆਇਆ ਸੀ, ਇੰਡੀਅਨ ਮਿਰਰ। ਅੱਗੇ ਆਪਾਂ ਇੰਦੂ ਪ੍ਰਕਾਸ਼ ਵੀ ਲੈ ਕੇ ਆਵਾਂਗੇ, ਅੱਜ ਹੀ ਲੈ ਕੇ ਆਵਾਂਗੇ, ਸਮਝ ਗਏ ਮੇਰੀ ਗੱਲ। ਸੋ ਕੇਸ਼ਵ ਨੇ ਬੱਚੋ ਫਾਊਂਡ ਕੀਤਾ ਇੰਡੀਅਨ ਰਿਫਾਰਮ ਐਸੋਸੀਏਸ਼ਨ। ਅਗੇਨ ਸਭ ਤੋਂ ਸਿਰੇ ਦਾ ਪੁਆਇੰਟ ਹੈ, ਸਿੱਧਾ ਸੈਂਕੜੇ ਵਾਰ ਪੁੱਛਿਆ ਕੌਣ ਲੈ ਕੇ ਆਇਆ। ਮੀਨੀ ਸਾਰਾ ਸਿੰਪਲ ਹੀ ਹੈ, ਅਗਲੀਆਂ 3-4 ਲੈਣਾ ਆਪਾਂ ਹਰ ਥਾਂ ਤੇ ਬੋਲਿਆ ਕਰਾਂਗੇ ਅੱਖਾਂ ਬੰਦ ਕਰਕੇ ਬਸ। ਵਿੱਚ ਗ੍ਰੇਟਲੀ ਵਰਕਡ ਫॉर ਦੀ ਸਪਰੈਡ ਆਫ ਦੀ ਵੈਸਟਰਨ ਐਜੂਕੇਸ਼ਨ, ਵੈਸਟਰਨ ਐਜੂਕੇਸ਼ਨ ਦਾ ਪ੍ਰਚਾਰ ਕਰਨਾ ਹੈ, ਵੂਮਨਸ ਦੀ ਅਪਲਿਫਟਮੈਂਟ ਕਰਨੀ ਹੈ, ਐਮੈਂਸੀਪੇਸ਼ਨ, ਵੂਮਨਸ ਵੂਮਨ 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 ਕਰਨਾ ਹੈ, ਫੀਮੇਲ ਐਜੂਕੇਸ਼ਨ ਦਾ ਸੋਸ਼ਲ ਵਰਕ, ਇਹ ਤਾਂ ਫਿਕਸ ਹੈ ਗੱਲਾਂ। ਹਾਊਐਵਰ ਇਨ 1858 ਆ ਪੜੋ, ਅਨਦਰ ਸਪਲਿਟ ਅਕਰਸ। ਕਹਿੰਦੇ 1858 ਦੇ ਵਿੱਚ ਇੱਕ ਸਪਲਿਟ ਹੋਰ ਹੋ ਗਿਆ ਜੀ। ਉਹ ਕਿਹੜਾ ਹੋ ਗਿਆ, ਕਹਿੰਦੇ ਕੇਸ਼ਵ ਦੀ ਬ੍ਰਹਮੋ ਸਮਾਜ ਦੇ ਵਿੱਚ ਵੈਨ ਹੀ ਮੈਰਿਡ ਹਿਜ਼ 13 ਈਅਰ ਓਲਡ ਡਾਟਰ ਟੂ ਮਾਈਨਰ ਕਿੰਗ ਕੂਚ ਬਿਹਾਰ। ਜਦੋਂ ਇਹਨੇ 13 ਸਾਲ ਦੀ ਬੱਚੀ ਦਾ ਆਪਾਂ ਕਹਿ ਦਈਏ ਵੀ ਵਿਆਹ ਕਰਵਾਤਾ, ਇੱਥੇ ਪੈ ਗਿਆ ਚੱਕਰ, ਜਿਹਦੇ ਕਰਕੇ ਜਿਹੜੇ ਦੇ ਫਾਲੋਅਰ ਸੀ, ਡਿਸਗਸਟਡ ਫਾਲੋਅਰਸ, ਉਹ ਖਿੱਚ ਗਏ, ਉਹਨਾਂ ਦੀ ਨੀਂਦ ਉੱਡ ਗਈ ਵੀ ਅਸੀਂ ਹੁਣ ਪਿੰਡ 'ਚ ਮੂੰਹ ਦਿਖਾਉਣ ਜੋਗੇ ਨਹੀਂ ਰਹੇ। ਜਿਹਦੇ ਮਗਰ ਲੱਗੇ ਫਿਰਦੇ ਸੀ, ਮੈਂ ਤਾਂ ਆਪਦੀ ਕੁੜੀ ਵਿਆਹਤੀ, ਵਧਾ ਲਓ ਇੱਥੇ ਉਮਰਾਂ ਵਧਾ ਲਓ ਇੱਥੇ ਮੈਰਿਜ ਵਾਲੀਆਂ, ਵੀ ਲੋਕਾਂ ਵਾਸਤੇ ਹੀ ਹੈ, ਆਪਦਿਆਂ ਵਾਸਤੇ ਨਹੀਂ ਆਪਾਂ ਫੋਲੋ ਕਰਨੇ। ਸੋ ਡਿਊ ਟੂ ਦਿਸ ਡਿਸਗਸਟਡ ਫਾਲੋਅਰਸ ਸੈਟ ਅਪ ਅ ਨਿਊ ਆਰਗੇਨਾਈਜੇਸ਼ਨ, ਸਧਾਰਨ ਬ੍ਰਹਮੋ ਸਮਾਜ। ਸਧਾਰਨ ਬ੍ਰਹਮੋ ਇੱਧਰ ਰਹੇਗਾ, ਡਿਊ ਟੂ ਦਿਸ the disgusted followers set up new organization ਸਧਾਰਨ ਬ੍ਰਹਮੋ ਸਮਾਜ। ਤਾਂ ਪੁੱਛਣਗੇ ਵੀ ਸਧਾਰਨ ਬ੍ਰਹਮੋ ਸਮਾਜ ਕਿਹਨਾਂ ਨੇ ਫਾਊਂਡ ਕੀਤੀ ਹੈ, ਕਿਹਨੇ ਸਟਾਰਟ ਕੀਤੀ ਹੈ ਬੱਚੋ, ਆਨੰਦ ਮੋਹਨ ਬੋਸ। ਆਨੰਦ ਮੋਹਨ ਬੋਸ, ਸਮਝ ਗਏ। ਤੇ ਉਦੋਂ ਬਾਅਦ ਫਿਰ ਕਹਿੰਦੇ ਬ੍ਰਹਮੋ ਸੈਂਟਰਸ। ਜਦੋਂ ਆਪਾਂ ਇੱਕ ਚੀਜ਼ ਹੈ, ਜਦੋਂ ਐ ਆਪਾਂ ਕਹਦੇ ਵੀ ਜਿਹੜੀ ਸੈਂਟਰਲਾਈਜੇਸ਼ਨ ਹੈ ਜਾਂ ਸੈਂਟਰ ਅਥਾਰਟੀ ਜਾਂ ਸੈਂਟਰ ਦਾ ਬੰਦਾ, ਮੇਨ ਬੰਦਾ ਸਮਾਜ ਦਾ, ਕੇਸ਼ਵ ਚੰਦਰ ਸੇਨ, ਪਾੜ ਤਾਂ ਕਿਹੜਾ ਪੈ ਹੀ ਗਿਆ। ਫਿਰ ਪਾੜ ਪੈਂਦਾ 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 ਫਿਰ ਸਾਰੇ ਦੇਸ਼ 'ਚ ਹੌਲੀ ਫੈਲ ਗਈ, ਨਿੱਕੇ 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 ਸੈਂਟਰ ਸੂੰਟਰ ਜੇ ਬਣ ਲੱਗ ਗਏ, ਹੌਲੀ ਹੌਲੀ ਫਿਰ ਬ੍ਰਹਮੋ ਸਮਾਜ ਦਾ ਡਾਊਨਫਾਲ ਹੋ ਜਾਂਦਾ ਹੈ। ਇਸ ਪਾੜ ਤੋਂ ਬਾਅਦ ਬ੍ਰਹਮੋ ਸਮਾਜ ਫਾਈਨਲੀ ਫਿਰ ਡਨ ਐਂਡ ਡਸਟਡ। ਆ ਦੇਖੋ, ਫਰੋਮ ਦੇਅਰ ਔਨ ਨੰਬਰ ਆਫ ਬ੍ਰਹਮੋ ਸੈਂਟਰਸ ਵਰ ਓਪਨਡ। ਹੁਣ ਆਪਾਂ ਹੁਣ ਦੇਖਣੇ ਵੀ ਕਿਹੜੇ ਦੇਸ਼ 'ਚ ਕੀ, ਆਪਾਂ ਗੱਲ ਕਰਨੀ ਆ ਪੰਜਾਬ ਦੇ ਵਿੱਚ। ਪੰਜਾਬ ਦੇ ਵਿੱਚ ਬ੍ਰਹਮੋ ਸਮਾਜ, ਸਿੱਧਾ ਪੁੱਛਣਗੇ ਬ੍ਰਹਮੋ ਸਮਾਜ ਦੇ ਸਦਕਾ ਆਪਣਾ ਕਿਹੜਾ ਕਾਲਜ ਐਸਟੈਬਲਿਸ਼ ਕੀਤਾ ਗਿਆ ਸੀ, ਆਪਾਂ ਟਿਕ ਲਾਵਾਂਗੇ ਦਿਆਲ ਸਿੰਘ ਕਾਲਜ। ਫੇਰ ਨਹੀਂ ਦੱਸ ਰਿਹਾ, ਪਹਿਲੀ ਚੱਕ ਦਿੰਦਾ ਮੈਂ। ਕਹਿੰਦੇ ਇਨ ਪੰਜਾਬ, ਬਹੁਤ ਹੀ ਗੁੱਡ ਪੁਆਇੰਟ ਹੈ, ਇਨ ਪੰਜਾਬ ਦਿਆਲ ਸਿੰਘ ਟਰਸਟ, ਬਹੁਤ ਹੀ ਗੁੱਡ ਪੁਆਇੰਟ, ਡਬਲ ਕਮੈਂਟ, ਦਿਆਲ ਸਿੰਘ ਟਰਸਟ। ਇਹਦਾ ਕੰਮ ਕੀ ਸੀ, ਸੌਟ ਟੂ ਇੰਪਲਾਂਟ, ਵੀ ਲੋਕਾਂ ਦੇ ਦਿਮਾਗ ਦੇ ਵਿੱਚ ਬਾੜਨੀ, ਆਪਾਂ ਕੀ ਬਾੜਦੇ ਆ, ਬ੍ਰਹਮੋ ਸਮਾਜ ਦੇ ਜਿਹੜੇ ਆਈਡੀਆ ਸੀ, ਉਹ ਹੁਣ ਆਈਡੀਆਸ ਕਿਵੇਂ ਪੜ੍ਹਨਗੇ ਦਿਮਾਗ ਦੇ ਵਿੱਚ। ਕਾਲਜ ਓਪਨ ਕੀਤਾ ਹੈ ਦਿਆਲ ਸਿੰਘ ਕਾਲਜ ਐਟ ਲਾਹੌਰ ਇਨ 1910। तो ਬ੍ਰਹਮੋ ਸਮਾਜ ਬਹੁਤ ਅੱਗੇ ਤੱਕ ਚੱਲੂਗੀ, ਹੋਰ ਬਹੁਤ ਪਰਸਨੈਲਿਟੀਆਂ ਅੱਗੇ ਆਪਾਂ ਹੌਲੀ ਹੌਲੀ ਦੇਖਦੇ ਜਾਵਾਂਗੇ। तो ਪੰਜਾਬ ਦੇ ਵਿੱਚ ਦਿਆਲ ਸਿੰਘ ਟਰਸਟ ਬੱਚੋ ਇਹ ਐਸਟੈਬਲਿਸ਼ ਕੀਤਾ ਗਿਆ ਵੀ ਜਿਹੜੇ ਬ੍ਰਹਮੋ ਸਮਾਜ ਦੇ ਆਈਡੀਆਸ ਹੈ, ਇਹ ਲੋਕਾਂ ਦੇ ਆਪਾਂ ਦਿਮਾਗ 'ਚ ਫਿੱਟ ਕਰਨੀ ਹੈ, ਲੋਕਾਂ ਨੂੰ ਜਾਗਰੂਕ ਕਰਨਾ, ਲੋਕਾਂ ਨੂੰ ਸਿਆਣਾ ਕਰਨਾ। ਸੋ ਇਹਦੇ ਲਈ ਸਭ ਤੋਂ ਵੱਡਾ ਸਾਧਨ ਕੀ ਹੁੰਦਾ ਹੈ,
ਜਾਗਰੂਕਤਾ ਦਾ ਪੜ੍ਹਾਈ, ਬੱਚਿਆਂ ਨੂੰ ਐਜੂਕੇਸ਼ਨ ਪ੍ਰੋਵਾਈਡ ਕਰਵਾਓ। ਸਿੰਪਲ ਜੀ ਗੱਲ ਹੈ, ਲੋਕ ਸਿਆਣੇ ਹੋਣਗੇ, ਅਵੇਅਰ ਹੋਣਗੇ, ਆਪਦੇ ਹੱਕ ਆਪੇ ਸਰਕਾਰ ਤੋਂ ਮੰਗਣਗੇ। ਸੋ ਦਿਆਲ ਸਿੰਘ ਕਾਲਜ ਐਟ ਲਾਹੌਰ ਇਹਨੂੰ ਐਸਟੈਬਲਿਸ਼ ਕੀਤਾ 1910 ਦੇ ਵਿੱਚ। ਵੈਰੀ ਵੈਰੀ ਗੁੱਡ। ਚਲੋ ਮੈਂ ਤੁਹਾਨੂੰ ਕੀ ਕਿਹਾ ਸੀਗਾ ਕਿ ਕੇਸ਼ਵ ਚੰਦਰ ਸੇਨ ਜੀ ਨੇ ਸਾਰੇ ਇੰਡੀਆ ਦਾ ਟੂਰ ਕੀਤਾ, ਵੇਦ ਸਮਾਜ ਲੈ ਕੇ ਆਂਦਾ, ਪ੍ਰਾਰਥਨਾ ਸਮਾਜ ਲੈ ਕੇ ਆਂਦਾ। ਫਿਰ ਸਭ ਤੋਂ ਦੂਜੇ ਨੰਬਰ ਤੇ ਧਾਕੜ ਆ ਗਈ ਬੱਚੋ, ਪ੍ਰਾਰਥਨਾ ਸਮਾਜ। ਮੈਂ ਕਹਿੰਦਾ ਜੇਕਰ ਆਪਾਂ ਨੂੰ ਪਰਸਨੈਲਿਟੀਆਂ ਦਾ ਸਵਾਲ ਪੁੱਛਣ ਦਾ ਪੂਰਾ ਚਾਂਸ ਹੁੰਦਾ ਨਾ, ਉਹ ਪ੍ਰਾਰਥਨਾ ਸਮਾਜ ਦਾ ਹੁੰਦਾ। ਇਹਦੇ ਵਿੱਚ 5-7 ਪਰਸਨੈਲਿਟੀਆਂ ਪੜ੍ਹਨੀਆਂ, ਜੇ ਪਿੱਛੇ ਆਪਾਂ 3-4 ਪੜ੍ਹ ਕੇ ਆਏ ਬ੍ਰਹਮੋ ਸਮਾਜ ਦੇ ਵਿੱਚ। ਪਹਿਲੀ ਗੱਲ ਤਾਂ ਇਹ ਫਾਊਂਡ ਬੱਚੋ ਕਿਹਨੇ ਕੀਤੀ ਹੈ? ਡਾਕਟਰ ਆਤਮਾ ਰਾਮ ਪਾਂਡੂਰੰਗ ਜੀ ਨੇ 1867 ਦੇ ਵਿੱਚ, ਜਦੋਂ ਕੇਸ਼ਵ ਚੰਦਰ ਸੇਨ ਮਹਾਰਾਸ਼ਟਰ ਚ ਗਿਆ ਸੀ। ਸੋ ਇਹ ਮਹਾਰਾਸ਼ਟਰ ਦੇ ਵਿੱਚ ਸਮਾਜ ਐਸਟੈਬਲਿਸ਼ ਕੀਤਾ ਗਿਆ। ਕਿਹਦੇ ਦੁਆਰਾ ਕੀਤਾ ਗਿਆ? ਤਾਂ ਆਪਾਂ ਟਿਕ ਲਾਵਾਂਗੇ ਆਤਮਾ ਰਾਮ ਪਾਂਡੂਰੰਗ। ਬਟ ਇੱਥੇ ਪੇਪਰ ਚ ਕਾਹਲੀ ਨਾ ਕਰਿਓ, ਪੇਪਰ ਵਾਲਾ ਗੇਮ ਪਾ ਜਾਂਦਾ ਤੇ ਮੂੰਹ ਚ ਪ੍ਰਾਰਥਨਾ ਸੁਣ ਕੇ ਕਿਤੇ ਮੂੰਹ ਚ ਪਾਣੀ ਲਿਆਓ ਤੇ ਮਤਲਬ ਕਹਿ ਦਈਏ ਵੀ ਪ੍ਰਮਾਤਮਾ ਨੇ ਸੁਣ ਲਈ ਓਏ, ਪੂਰਾ ਪੜ੍ਹ ਲਿਓ। ਕਈ ਵਾਰੀ ਪੇਪਰ ਵਾਲਾ ਕੀ ਪਾਉਂਦਾ, ਪਰਮਹੰਸ ਮੰਡਲੀ ਪਾ ਦਿੰਦਾ। ਪਰਮਹੰਸ ਮੰਡਲੀ ਹੋਰ ਹੈ, ਪ੍ਰਾਰਥਨਾ ਸਮਾਜ ਹੋਰ ਚੀਜ਼ ਹੈ। ਜੇ ਤਾਂ ਪਰਮਹੰਸ ਮੰਡਲੀ ਪੁੱਛਿਆ, ਇਹ ਬੱਚੋ ਫਾਊਂਡ ਕੀਤਾ ਗਿਆ 1849 ਦੇ ਵਿੱਚ। ਇਹ ਕਿਹਨੇ ਕੀਤਾ? ਦੋਬਾ ਪਾਂਡੂਰੰਗ ਤੇ ਦੁਰਗਾ ਰਾਮ। 3 ਪਰਸਨੈਲਿਟੀਆਂ ਤਾਂ ਹੋ ਗਈਆਂ, 2 ਹੋਰ ਆ ਗਈਆਂ। ਆ ਵੈਸੇ ਪੁਆਇੰਟ ਆਪਣਾ ਬ੍ਰੈਕਟ ਵਾਲਾ ਜਿਹੜਾ ਤੁਸੀਂ ਯਾਦ ਰੱਖਣਾ, ਇਹ ਪੁਆਇੰਟ ਆਪਣਾ ਹੈਗਾ ਬ੍ਰੈਕਟ ਵਾਲਾ। ਕਹਿੰਦੇ ਅਦਰ ਮੈਂਬਰਸ ਕਿਹੜੇ ਆ? ਹੁਣ ਆਪਾਂ ਦੇਖਦੇ ਹਾਂ ਅਦਰ ਮੈਂਬਰਸ ਪ੍ਰਾਰਥਨਾ ਸਮਾਜ ਦੇ, ਪਰਮਹੰਸ ਮੰਡਲੀ ਦੇ ਨਹੀਂ। ਪਰਮਹੰਸ ਮੰਡਲੀ ਇਹਨਾਂ ਨੇ ਫਾਊਂਡ ਕੀਤੀ ਹੈ 1849 ਚ। ਇੰਨਾ ਪੁਆਇੰਟ ਹੀ ਦੇਖਣਾ ਹੈ। ਅੱਜ ਦਾ ਮੇਨ ਮੁੱਦਾ ਆਪਣਾ ਕੀ ਹੈ? ਪ੍ਰਾਰਥਨਾ ਸਮਾਜ। ਆਤਮਾ ਰਾਮ ਪਾਂਡੂਰੰਗ ਜੀ ਨੇ ਫਾਊਂਡ ਕੀਤੀ ਹੈ, ਆਰ.ਜੀ. ਭੰਡਾਰਕਰ ਤੇ ਐਨ.ਜੀ. ਚੰਦਵਾਰਕਰ। ਸੋ ਇਹ ਆਪਣੇ ਬਾਕੀ ਹੋਰ 2 ਮੈਂਬਰ ਹੈ। ਇਹਨਾਂ ਨੇ ਕੰਮ ਕਿਹੜਾ? ਪ੍ਰਾਰਥਨਾ ਸਮਾਜ ਦਾ ਲਿਆ ਚਲਾ। ਬਟ ਪ੍ਰਾਰਥਨਾ ਸਮਾਜ ਨੂੰ ਇੰਡੀਆ ਲੈਵਲ ਦੀ ਮੂਵਮੈਂਟ ਬਣਾਉਣ ਜਾ ਰਿਹਾ ਹੈ ਵੀਰ ਜੀ। ਬ੍ਰਹਮੋ ਸਮਾਜ ਨੂੰ ਕਿਹਨੇ ਬਣਾਇਆ ਸੀ? ਬੋਲ ਕੇ ਨਾ ਟੱਕਣ ਦਿਮਾਗ ਦੇ, ਕੇਸ਼ਵ ਚੰਦਰ ਸੇਨ ਜੀ ਨੇ। ਤੇ ਇੱਥੇ ਆ ਰਹੇ ਆ ਫਿਰ ਡਬਲ ਗੁਰੂ, ਕੌਣ? M.G. ਰਨਾੜੇ। ਸਿੱਧਾ ਪੁੱਛਣਗੇ M.G. ਰਨਾੜੇ ਨੇ ਕਿਹੜੇ ਸਮਾਜ ਨੂੰ ਜੁਆਇਨ ਕੀਤਾ ਸੀ? ਬ੍ਰਹਮੋ ਸਮਾਜ, ਆਰਿਆ ਸਮਾਜ, ਪ੍ਰਾਰਥਨਾ ਸਮਾਜ। ਐਂ ਸਵਾਲ ਬਣਦੇ ਆ। 1870 ਦੇ ਵਿੱਚ ਜਸਟਿਸ M.G. ਰਨਾੜੇ ਕੌਣ ਨੇ ਭਲਾਂ ਦੀ? ਇਹ ਉਹੀ ਨੇ ਜਿਹੜੇ ਕਿ ਗੁਰੂ ਨੇ ਗੋਪਾਲ ਕ੍ਰਿਸ਼ਨ ਗੋਖਲੇ। ਗੋਪਾਲ ਕ੍ਰਿਸ਼ਨ ਗੋਖਲੇ ਆਪ ਕਿਹਨਾਂ ਦੇ ਗੁਰੂ ਸੀ? ਮਹਾਤਮਾ ਗਾਂਧੀ ਦੇ। ਹੋ ਗਿਆ ਨਾ ਫਿਰ ਡਬਲ ਗੁਰੂ। ਸੋ ਇਹਨਾਂ ਨੇ ਜੁਆਇਨ ਕੀਤਾ। ਇੱਥੇ PS ਮਤਲਬ ਪ੍ਰਾਰਥਨਾ ਸਮਾਜ ਹੈ ਤੇ ਅੰਡਰ ਹਿਮ, ਸੋ ਇਹਦੇ ਹੇਠ ਇਹ ਫਿਰ ਆਪਣੇ ਬੱਚੋ ਪ੍ਰਾਰਥਨਾ ਸਮਾਜ ਨੇ ਵੀ ਆਲ ਇੰਡੀਆ ਦਾ ਕਰੈਕਟਰ ਧਾਰਨ ਕਰ ਲਿਆ। ਵਧੀਆ ਹੋ ਗਿਆ ਪ੍ਰਚਾਰ ਸਟਾਰਟ। ਬਟ ਇਸ ਸਮਾਜ ਦੀ ਖਾਸ ਗੱਲ ਪਤਾ ਕੀ ਸੀ? ਇਹ ਸਮਾਜ ਸੁਧਾਰ ਦੀ ਗੱਲ ਨਹੀਂ ਕਰਦਾ ਸੀ, ਧਰਮ ਸੁਧਾਰ ਦੀ ਗੱਲ ਨਹੀਂ ਕਰਦਾ ਸੀ। ਕਹਿੰਦੀ ਇਹ ਗੱਲ ਲੋਕਾਂ ਨੂੰ ਬੜੀ ਚਚੀ ਵੀ ਇਹ ਧਰਮ ਦੇ ਵਿੱਚ ਕਣਾਕਣੀ ਘੱਟ ਕਰਦੇ ਆ, ਕਿਉਂਕਿ ਧਰਮ ਦੇ ਵਿੱਚ ਕਣਾਕਣੀ ਤਾਂ ਆਪਾਂ ਅੱਜ ਵੀ ਨਹੀਂ ਕਰ ਸਕਦੇ। ਤੇ ਐਂ ਸੋਚੋ ਕਿ ਸਮਾਜ ਅੱਜ ਵੀ ਆਪਾਂ ਕੋਈ ਕਿਸੇ ਧਰਮ ਦੀ ਕੋਈ ਕੁਰੀਤੀ ਲੱਭ ਕੇ ਆਪਾਂ ਉਹਦੇ ਖਿਲਾਫ ਬੋਲਣ ਦੀ ਕੋਸ਼ਿਸ਼ ਕਰਗੇ ਤਾਂ ਅੱਜ ਵੀ ਆਪਾਂ ਉਹ ਚੀਜ਼ ਬਰਦਾਸ਼ਤ ਨਹੀਂ ਕਰਾਂਗੇ। ਤਾਂ ਉਦੋਂ ਕੀ ਹਾਲ ਹੁੰਦਾ ਹੋਊਗਾ? ਉਹ ਤਾਂ ਬੰਦਾ ਜੇ ਮਾੜਾ ਜਿਹਾ ਕੋਈ ਬੋਲ ਪਿਆ ਕਿਸੇ ਧਰਮ ਬਾਰੇ, ਮੈਨੂੰ ਲੱਗਦੀ ਹੈ ਵੀ ਉਹ ਤਾਂ ਬਾਲ ਵੀ ਨਹੀਂ ਝਾਉਂਦੇ ਹੋਣੇ। ਬਸ ਤੁਸੀਂ ਐਂ ਹਿਸਾਬ ਲਾ ਲਓ, ਇੰਨਾ ਵੱਡਾ ਚੈਲੰਜ ਸੀ ਉਸ ਸਮੇਂ ਬੋਲਣਾ। ਸੋ ਇਹ ਕਹਿੰਦੇ ਆਪਾਂ ਯਾਰ ਧਰਮ ਨੂੰ ਜਾਂ ਆਪਾਂ ਭਿੜੋ ਵੀ ਘੱਟ। ਇਹ ਸਵਾਲ ਜਵਾਬ ਆਏ ਮਤਲਬ ਮੇਰੇ ਨਾਲ ਰੱਖ ਡਿਬੇਟ, ਜਿਵੇਂ ਕੇਸ਼ਵ ਚੰਦਰ ਸੇਨ ਹਰੇਕ ਨਾਲ ਕੀ ਆਡਾ ਲਾ ਲੈਂਦਾ ਸੀ ਵੀ ਆ ਜਾ ਕਿੱਥੇ ਮਰਜੀ ਮੈਂ ਤੇਰੇ ਇਸ ਚੀਜ਼ ਨੂੰ ਚੈਲੰਜ ਕਰਦਾ। ਇਹ ਇਹੋ ਜਿਹੀਆਂ ਗੱਲਾਂ ਤੋਂ ਬੜਾ ਦੂਰ ਰਹਿਣਗੇ। ਜਿਵੇਂ ਆਪਾਂ ਕਹਿੰਦੇ ਨੇ ਕਨਫਰੰਟੇਸ਼ਨ ਨਹੀਂ ਕਰਨਗੇ, ਭਿੜਨਗੇ ਨਹੀਂ। ਇਹ ਸਿਰਫ ਔਰ ਸਿਰਫ ਸਮਾਜ ਸੁਧਾਰ, ਜਿਹੜੇ ਸਮਾਜ ਦੇ ਵਿੱਚ ਗੰਦ ਫੈਲਿਆ ਹੋਇਆ, ਚਾਹੇ ਉਹ ਕਾਸਟ ਸਿਸਟਮ ਦਾ, ਵੂਮੈਨਸ ਦੀ ਕੰਡੀਸ਼ਨ ਦਾ, ਇਹ ਸਮਾਜ, ਇਹ ਕਹਿੰਦੇ ਸਮਾਜ ਸੁਧਾਰੋ ਯਾਰ। ਧਰਮ ਧਰਮ ਦਾ ਕਹਿੰਦਾ ਆਪੇ ਹੌਲੀ 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 ਸੁਧਰਦੇ ਜਾਣਗੇ 22ਵੀਂ ਸਦੀ ਤੱਕ। ਬਸ ਐ ਮੰਨ ਕੇ ਚੱਲ। तो ये सब तो बड़ी गल है प्रार्थना समाज दा। देखो द समाज वाज मोर कंसर्नड विद सोशल रिफॉर्म्स। ये सोशल रिफॉर्म्स वाल ज़्यादा ध्यान देणगे रैदर दैन रिलीजन। धर्म दी गल्लां घट करनगे क्योंकि लोगों का पता लग गया कि लोग आपां नूं फिर घट मन्नणगे। आड़ी अज भी है, अज भी मैं सुन की कहे ये रिफॉर्म्स चली जाणगे जो तक दुनिया इस धरती ते रहूगी। बस द समाज रिलाइड ऑन एजुकेशन। ਉਹਦੇ ਲਈ ਆਪਾਂ ਨੂੰ ਕੀ ਜ਼ਰੂਰੀ ਹੈ? ਹੁਣ ਸਮਾਜ ਸੁਧਾਰ ਕਿਵੇਂ ਕਰੂਗਾ? ਜੇ ਲੋਕ ਸਿਆਣੇ ਹੋਣ।
ਲੋਕ ਸਿਆਣੇ ਕਿਵੇਂ ਹੋਣਗੇ, ਉਹਨਾਂ ਨੂੰ ਆਪਾਂ ਸਿੱਖਿਆ ਪ੍ਰੋਵਾਈਡ ਕਰਵਾਓ, ਐਜੂਕੇਸ਼ਨ ਦਿਓ ਐਂਡ ਪਰਸੂਏਸ਼ਨ। ਕੰਮ ਨਿਬੜ ਗਿਆ। ਦੀ ਸਿੱਖਿਆ, ਐਜੂਕੇਸ਼ਨ ਐਂਡ ਪਰਸੂਏਸ਼ਨ, ਨੋਟ ਐਨ ਕਨਫਰੰਟੇਸ਼ਨ ਵਿਦ ਹਿੰਦੂ ਆਰਥੋਡਾਕਸੀ। ਜਿਹੜੀ ਹਿੰਦੂ ਰੂੜੀਵਾਦੀ ਆਪਣੀ ਸੋਚ ਪਰੰਪਰਾ ਕੁਝ ਵੀ ਹੈਗੀ ਰੀਤੀ ਰਿਵਾਜ, ਉਹਦੇ ਨਾਲ ਨਹੀਂ ਭਿੜਨਾ ਵੀ ਕਰ ਲਓ, ਕੋਈ ਚੱਕਰ ਵਾਲੀ ਗੱਲ ਨਹੀਂ। ਤੁਸੀਂ ਖੁਸ਼ ਰਹੋ, ਬਸ ਖੁਸ਼ ਰਹੋ, ਕੁਛ ਮਰਜ਼ੀ ਕਰੋ, ਵੀ ਸਾਨੂੰ ਇਹਦੇ ਨਾਲ ਕੋਈ ਮੈਟਰ ਨਹੀਂ। ਬਟ ਆਪਾਂ ਸਮਾਜ ਸੁਧਾਰਨਾ, ਆਹ ਕਰਕੇ ਸਿੱਧਾ ਪੇਪਰ 'ਚ ਪੁੱਛ ਲੈਂਦੇ ਵੀ ਇਹਨਾਂ ਨੇ 4 ਆਪਦੇ ਪੁਆਇੰਟ ਦਿੱਤੇ। ਕਿਹੜੇ ਸਮਾਜ ਨੇ? ਆਰਿਆ ਸਮਾਜ ਨੇ, ਸਮਾਜ ਨੇ, ਜਾਂ ਬ੍ਰਹਮ ਆਪਣਾ ਪ੍ਰਾਰਥਨਾ ਸਮਾਜ ਨੇ। ਉਹ ਸਿੰਪਲ ਹੈ, ਲੈਣਾ ਸਮਾਂ ਕੀ ਸੀ, ਜਮਾ ਸਿੰਪਲ ਆ। ਦੇਖੋ ਸਾਰੇ ਉਹੀ ਲੈਣਾ, ਕਸਾ ਦਾਂਗੇ ਆਪਾਂ ਬੋਲ ਬੋਲ ਕੇ। देयर वाज 4 पॉइंट एजेंडा, 4 पॉइंट सोशल एजेंडा ਇਹਨਾਂ ਨੇ ਦਿੱਤਾ। ਕਹਿੰਦੇ ਡਿਸਅਪਰੂਵਲ ਆਫ ਕਾਸਟ ਸਿਸਟਮ, ਕਹਿੰਦੇ ਆਪਾਂ ਅੱਜ ਤੋਂ ਬਾਅਦ ਆਪਦੇ ਗਲੀ ਮੁਹੱਲੇ ਦੇ ਵਿੱਚ ਜਾਤ ਪਾਤ ਦਾ ਵਿਤਕਰਾ ਨਹੀਂ ਕਰਾਂਗੇ, ਚਾਹੇ ਉਹ ਨੀਵੀਂ ਜਾਤ ਦਾ ਹੋਵੇ। ਇਹ ਮਤਲਬ ਆਪ ਨੀਵੀਂ ਜਾਤ ਦੇ ਘਰੇ ਜਾ ਜਾ ਕੇ ਆਪ ਉਹਨਾਂ ਤੋਂ ਖਾਣੇ ਪਕਵਾ ਕੇ ਖਾਂਦੇ ਹੁੰਦੇ ਸੀ। ਉਹਨਾਂ ਸਮਿਆਂ 'ਚ ਬੜੀ ਵੱਡੀ ਗੱਲ ਹੈ ਇਹ। ਉਦੋਂ ਲੋਕ ਹੱਥ ਵੀ ਜੇ ਕੋਈ ਲਾ ਹੁੰਦਾ ਸੀ ਨਾ, ਤਾਂ ਅਗਲਾ ਆਪਦੇ ਆਪ ਨੂੰ ਮਤਲਬ ਐ ਮੰਨਦਾ ਸੀ ਮੇਰਾ ਧਰਮ ਭ੍ਰਿਸ਼ਟ ਹੋ ਗਿਆ, ਮੈਨੂੰ ਹੱਥ ਕਿਵੇਂ ਲਾ ਲਿਆ, ਇਹ ਮੇਰੇ ਤੋਂ ਨਹੀਂ ਝਾਕ ਕਿਵੇਂ ਪਿਆ। ਉਹਨਾਂ ਸਮੇਂ ਦੀਆਂ ਗੱਲਾਂ ਕਰੀ ਜਾਂਦੇ ਆਪਾਂ। ਇਸ ਪੁਆਇੰਟ ਨੂੰ ਬਾਹਲਾ ਤੁਸੀਂ ਐਂ ਨਾ ਮੰਨੋ ਕਿੱਡੀ ਗੱਲ ਹੈ, ਵੀ ਅੱਜ ਤਾਂ ਆਪਣੇ ਇਹ ਚੀਜ਼ ਆਪਣੇ ਆਪ ਦੇ ਗਲੀ ਮੁਹੱਲੇ 'ਚ ਆਪਾਂ ਘੱਟ ਫੀਲ ਕਰਦੇ ਹਾਂ, ਤੁਹਾਡੇ ਗਲੀ ਮੁਹੱਲੇ 'ਚ ਕਰਦੇ ਹੋਣ, ਐਸੇ ਚੀਜ਼ਾਂ ਵੀ ਚੱਲੀ ਜਾਂਦੀਆਂ। ਬਟ ਉਸ ਸਮੇਂ ਤਾਂ ਇਦੋਂ ਵੀ ਖਤਰਨਾਕ ਹੈ, ਬੜਾ ਨਜਾਇਜ਼। ਵੂਮੈਨਸ ਦੀ ਐਜੂਕੇਸ਼ਨ, ਇਹ 4 ਪੁਆਇੰਟ ਸੋਸ਼ਲ ਏਜੰਡਾ ਹੈ। ਵਿਡੋ ਰੀਮੈਰਿਜ, ਵਿਡੋ ਰੀਮੈਰਿਜ ਨੂੰ, ਵਿਡੋਸ ਨੂੰ ਲੈ ਕੇ, ਕਿਉਂਕਿ ਵਿਡੋਸ ਦੇ ਹਾਲਾਤ ਬੜੇ ਜ਼ਿਆਦਾ ਮਾੜੇ ਹੋ ਜਾਂਦੇ। ਚਾਹੇ ਸਤੀ ਪ੍ਰਥਾ ਬੈਨ ਲੱਗ ਗਿਆ, ਕ੍ਰਿਮੀਨਲ ਬਣ ਗਿਆ, ਬਟ ਲੋਕਾਂ ਦੀ ਸੋਚ ਕਿਵੇਂ ਪਲਟਦੀ ਹੈ। ਆਪਾਂ ਇਹ ਕਾਨੂੰਨ ਕਨਾਨ ਜੇ ਲੋਕਾਂ ਤੱਕ ਜਦੋਂ ਨੂੰ ਪਹੁੰਚਣਗੇ ਦੇਖੀ ਜਾਣਗੇ। ਬਟ ਜਿਹੜੀ ਵਿਡੋ ਹੈ ਉਹਦੀ ਜ਼ਿੰਦਗੀ ਬਸ ਪੰਜਾਬੀ ਜਿਵੇਂ ਕਹਿ ਦਈਏ, ਉਹ ਐਂ ਕਹਿੰਦੇ ਤਾਂ ਮਰ ਹੀ ਜਾਂਦੀ। ਉਹ ਨਾ ਉਹਨੂੰ ਕੋਈ ਬੁਲਾਉਂਦਾ, ਉਹ ਜਮਾ ਕੰਪਲੀਟ ਆਈਸੋਲੇਸ਼ਨ 'ਚ ਹੈ, ਥੱਲੇ ਪੈਂਦੀ ਹੈ, ਉਹੀ ਬੁਰਾ ਹਾਲ। ਘਰ ਦੇ ਬਾਹਰ ਕੱਢ ਦਿੰਦੇ ਸੀ ਵੀ ਅਸੀਂ ਤੈਨੂੰ ਘਰ ਰੱਖਦੇ, ਵੀ ਅਸੀਂ ਪਿੰਡ 'ਚ ਕੀ ਮੂੰਹ ਦਿਖਾਵਾਂਗੇ, ਬਾਹਲੇ ਹਾਲਾਤ ਮਾੜੇ ਸੀ। ਵਿਡੋ ਨੂੰ ਲੈ ਕੇ MG ਰਨਾਡੇ ਦੇ ਨਾਲ 2 ਬੰਦੇ ਹੋਰ ਕੰਮ ਕਰਨਗੇ। ਇਹ ਤਿੰਨਾਂ ਬੰਦਿਆਂ ਨੇ ਵਿਡੋਸ ਦੀ ਜਿਹੜੀ ਆਪਣੇ ਕਹਿ ਦਈਏ ਵੀ ਕਾਇਆ ਪਲਟਤੀ ਇਹਨਾਂ ਬੰਦਿਆਂ ਨੇ। ਤੇ ਅੱਜ ਆਪਣੇ ਸਮਾਜ 'ਚ ਆਪਾਂ ਕਹਿ ਸਕਦੇ ਹਾਂ ਵੀ ਵਿਡੋਸ ਦੇ ਹਾਲਾਤ, ਠੀਕ ਹੈ, ਵੈਸੇ ਤਾਂ ਵਿਡੋ ਹੋਣਾ ਹੀ ਆਪਦੇ ਆਪ 'ਚ ਬਹੁਤ ਮੰਦਭਾਗੀ ਗੱਲ ਹੈ, ਬਟ ਹਾਲਾਤ ਇੰਨੇ ਮਾੜੇ ਨਹੀਂ ਹੈਗੇ। ਅੱਜ ਤਾਂ ਆਪਾਂ ਵਿਡੋ ਰੀਮੈਰਿਜ ਆਪਾਂ ਆਮ ਹੀ ਦੇਖਦੇ ਹਾਂ, ਆਪਦੇ ਪਿੰਡ ਸ਼ਹਿਰਾਂ 'ਚ ਵੀ ਦੇਖਦੇ ਹਾਂ। ਸੋ ਇਹ ਸਭ ਤੋਂ ਵੱਡਾ ਕ੍ਰੈਡਿਟ ਜਾਊਗਾ ਆਪਣੇ MG ਰਨਾਡੇ। ਅੱਗੇ ਆਪਾਂ ਪੜਾਂਗੇ ਈਸ਼ਵਰ ਚੰਦਰ ਵਿਦਿਆਸਾਗਰ, ਧੁੰਦੂ ਕੇਸ਼ਵ ਕਾਰਵੇ ਤੇ ਵਿਸ਼ਨੂੰ ਸ਼ਾਸਤਰੀ, ਸਾਰੇ ਬੰਦੇ ਆਉਣਗੇ। ਸੋ ਰੇਸਿੰਗ ਦੀ ਏਜ ਆਫ ਮੈਰਿਜ ਫॉर ਬੋਥ ਮੇ, ਆਹ ਪੁਆਇੰਟ ਬੜਾ ਸਿਰ ਹੈ ਜਿਹੜਾ ਕੇਸ਼ਵ ਚੰਦਰ ਸਿੰਘ ਜੀ ਨੇ ਆਪ ਹੀ ਤੋੜਤਾ ਸੀਗਾ। ਇਹ ਕਹਿੰਦੇ ਇੱਕ ਉਮਰ ਵੀ ਫਿਕਸ ਹੋਣੀ ਚਾਹੀਦੀ ਹੈ, ਵੀ ਐਂ ਨਹੀਂ ਹੈਗਾ ਵੀ ਤੁਸੀਂ 8 ਸਾਲ ਦੀ ਕੁੜੀ ਨੂੰ ਬਈ ਜਾਂਦੇ ਹੋ 11 ਸਾਲ ਦੇ ਮੁੰਡੇ ਨਾਲ, 9 ਸਾਲ ਦੀ ਕੁੜੀ ਨੂੰ ਬਈ ਜਾਂਦੇ ਹੋ 11 ਸਾਲ ਦੇ ਮੁੰਡੇ ਨਾਲ, ਬੰਦ ਹੋਣੀਆਂ ਚਾਹੀਦੀਆਂ। ਆਹ ਦੇਖੋ ਹੁਣ ਆਪਣੇ ਘੈਂਟ ਸਲਾਈਡਾਂ ਆ ਗਈਆਂ। MG ਰਨਾਡੇ। ਸੋ MG ਰਨਾਡੇ ਪਹਿਲੀ ਗੱਲ ਤਾਂ ਕੌਣ ਹੈ? ਇਹ ਸਲਾਈਡ ਇਹਦੇ ਵਿੱਚੋਂ ਪੂਰਾ ਚਾਂਸ ਹੈ ਸਿੱਧਾ ਸਵਾਲ ਬਣਾਉਗੀ, ਕਿਉਂਕਿ ਇਹ 'ਚ ਆਪਾਂ ਜਿਹੜਾ ਇਹਨਾਂ ਨੇ ਐਂਗਲੋ ਇੱਕ ਮਰਾਠੀ ਅਖਬਾਰ ਚਲਾਇਆ ਉਹ ਦੇਖਾਂਗੇ, ਇਹਨਾਂ ਦੇ 2 ਫੇਮਸ ਧਮਾਕੇਦਾਰ ਕਿਤਾਬਾਂ ਆਪਾਂ ਉਹ ਦੇਖਾਂਗੇ। ਇਹਨਾਂ ਨੇ ਫਾਊਂਡ ਕੀਤੀ ਹੈ ਇੱਕ ਕਾਨਫਰੰਸ, ਇੰਡੀਅਨ ਸੋਸ਼ਲ ਕਾਨਫਰੰਸ, ਮਾੜਾ ਤਾਂ ਕਰ ਦਿੰਦਾ, ਇੰਡੀਅਨ ਸੋਸ਼ਲ ਕਾਨਫਰੰਸ, ਇਹ ਆਪਾਂ ਦੇਖਾਂਗੇ। ਸੋ ਪਹਿਲੀ ਗੱਲ ਤਾਂ MG ਰਨਾਡੇ ਬੱਚੋਂ ਫਾਊਂਡਰ ਵੀ ਸੀ ਆਪਣੀ ਇੰਡੀਅਨ ਨੈਸ਼ਨਲ ਕਾਂਗਰਸ ਦੇ। ਇਹਨਾਂ ਨੇ ਬੱਚੋਂ ਹੈਲਪ ਕੀਤਾ ਸੀ ਟੂ ਐਸਟੈਬਲਿਸ਼ ਪੂਨਾ ਸਾਰਵਜਨਿਕ ਸਭਾ। ਇਹ ਸਭਾਵਾਂ ਸਾਰੀਆਂ ਆਪਾਂ ਇੱਕ ਥਾਂ, ਮੈਂ ਸੋਚਦਾ ਵੀ ਐਂਡ ਤੇ ਮੈਂ ਕਰਵਾ ਦੂੰ ਦੁਬਾਰੇ, ਕਿਉਂਕਿ ਮਦਰਾਸ ਵੀ ਸਭਾ ਬਣੀ ਹੈ, ਪੁਣੇ ਦੇ ਵਿੱਚ ਵੀ ਬਣੀ ਹੈ, ਬਹੁਤ ਤਰ੍ਹਾਂ ਦੀ ਸਭਾਵਾਂ ਬਣਨੀਆਂ ਆਪਣੇ ਦੇਸ਼ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ। ਇਹ ਯਾਦ ਰੱਖਿਓ, ਇਹ MG ਰਨਾਡੇ ਦੇ ਨਾਲ ਰਿਲੇਟਡ ਹੈ। ਫਿਰ ਇਹਨਾਂ ਨੇ ਬੱਚੋਂ ਪਬਲਿਸ਼ ਕੀਤਾ ਇੰਦੂ ਪ੍ਰਕਾਸ਼ ਨੂੰ, ਤੇ ਆਪਣਾ ਐਂਗਲੋ ਮਰਾਠੀ ਨਿਊਜ਼ਪੇਪਰ ਹੈ ਇੰਦੂ ਪ੍ਰਕਾਸ਼। 2 ਇਹਨਾਂ ਦੇ ਫੇਮਸ ਕੰਮ ਹੈ, ਸਾਰੇ ਪੁਆਇੰਟ ਸੈਂਕੜੇਵਾਰ ਆ ਗਏ ਸਲਾਈਡ ਦੇ, ਵਾਰੀ ਵਾਰੀ ਆਖਿਆ ਨੋਟ ਕਰ ਲਿਓ। ਰਾਈਜ਼ ਆਫ ਮਰਾਠਾ ਪਾਵਰ, ਰਾਈਜ਼ ਆਫ ਮਰਾਠਾ ਪਾਵਰ, ਤੇ ਐਸੇਸ ਔਨ ਇੰਡੀਅਨ ਇਕਨੋਮਿਕਸ ਦੇ ਤਾਂ ਇਹਨਾਂ ਨੂੰ ਪਿਤਾਮਾ ਕਹਿ ਦਿੰਦੇ ਆਪਣੇ ਮੁਲਕ ਦੇ ਵਿੱਚ। ਇਕਨੋਮਿਕਸ ਤੇ ਬੜੇ ਕੰਮ ਕੀਤੇ ਇਹਨਾਂ ਨੇ, ਸੋ ਆਹ ਕੰਮ ਤਾਂ ਜਮੀ ਚੋਟੀ ਦਾ। ਐਸੇਸ ਔਨ ਇੰਡੀਅਨ ਇਕਨੋਮਿਕਸ ਇਹਨਾਂ ਨੇ ਫਾਊਂਡ ਕੀਤਾ ਬੱਚੋ ਇੰਡੀਅਨ ਸੋਸ਼ਲ ਕਾਨਫਰੰਸ, ਇੰਡੀਅਨ ਸੋਸ਼ਲ ਕਾਨਫਰੰਸ। ਹੁਣ ਦੇਖੋ ਫਿਰ ਨਾਲ 2 ਬੰਦੇ ਕਿਹੜੇ ਆਉਣਗੇ, ਧੁੰਦੂ ਕੇਸ਼ਵ ਕਾਰਵੇ ਐਂਡ ਵਿਸ਼ਨੂੰ ਸ਼ਾਸਤਰੀ। ਆਪਾਂ ਅੱਜ ਭੰਡਾਰਕਰ ਵੀ ਦੇਖਿਆ, ਚੰਦਵਾਰਕਰ ਵੀ ਦੇਖਿਆ, ਅਕਸ਼ੇ ਕੁਮਾਰ ਦੱਤਾ ਵੀ ਦੇਖਿਆ, ਕੇਸ਼ਵ ਚੰਦਰ ਸਿੰਘ ਜੀ ਤਾਂ ਵੱਡੀਆਂ ਪਰਸਨੈਲਿਟੀਆਂ ਆ ਗਈਆਂ। ਆਹ ਨਾਲ ਜ਼ਰੂਰ ਯਾਦ ਕਰਨੇ ਆਪਾਂ।
ਵਿਸ਼ਨੂੰ ਸ਼ਾਸਤਰੀ ਇਹ ਦੋਨੇ ਚੈਂਪੀਅਨ ਮੰਨੇ ਗਏ, ਚੈਂਪੀਅਨ ਸੋਸ਼ਲ ਰਿਫਾਰਮ ਵਿਦ ਰਨਾਡੇ। ਜਿਹੜੇ ਸਮਾਜ ਨੂੰ ਸੁਧਾਰਨ ਦੇ ਲਈ ਇਹਨਾਂ ਨੇ ਕਦਮ ਚੱਕੇ ਆ ਰਨਾਡੇ ਦੇ ਨਾਲ, ਤਿੰਨੇ ਬੰਦੇ ਚੈਂਪੀਅਨ ਬਣ ਗਏ ਉਹਦੇ ਕਰਕੇ। ਆ ਦੇਖੋ ਰਨਾਡੇ ਤੇ ਕਾਰਵੇ ਨੇ ਗੱਲ ਕਰ ਰਹੀ ਹਾਂ, ਇਹਨਾਂ ਨੇ ਬੱਚੋ ਇੱਕ ਮੂਵਮੈਂਟ ਲਾਂਚ ਕੀਤੀ, ਵਿਡੋ ਰੀਮੈਰਿਜ ਮੂਵਮੈਂਟ। ਪਹਿਲੀ ਗੱਲ ਤਾਂ ਵੀ ਹਾਲਾਤ ਤਾਂ ਸੁਧਰਨਗੇ ਵੀ ਪਹਿਲਾਂ ਤਾਂ ਇਹ ਆਪਾਂ ਅੱਗੇ ਵਿਆਹੁਣ ਦੀ ਜਿਹੜੀ ਪਰੰਪਰਾ ਵਾ ਇਹ ਸ਼ੁਰੂ ਕਰੀਏ। ਤੇ ਇਹਨਾਂ ਨੇ ਕੀ ਸਟਾਰਟ ਕੀਤਾ, ਆ ਸਭ ਤੋਂ ਸਿਰੇ ਦਾ ਪੁਆਇੰਟ ਹੈ, ਕਿਹਨੇ ਸਟਾਰਟ ਕੀਤਾ, ਵਿਡੋ ਹੋਮ ਐਸੋਸੀਏਸ਼ਨ। ਆਪਾਂ ਟਿਕ ਲਾਵਾਂਗੇ MG ਰਨਾਡੇ, ਧੋਂਦੂ ਕੇਸ਼ਵ ਕਾਰਵੇ। ਜਦੋਂ ਵੀ ਮੈਂ ਕਾਰਵੇ ਦਾ ਨਾਮ ਲੈਣਾ ਮੇਰੇ ਦਿਮਾਗ 'ਚ ਨਾਲ ਦੀ ਨਾਲ ਸਟੈਟਿਕ ਜੀਕੇ ਦੀ ਕਲਾਸ ਦਿਮਾਗ 'ਚ ਆ ਜਾਂਦੀ ਹੈ। ਜੇ ਤੁਸੀਂ ਕਿਸੇ ਨੇ ਭੁੱਲ ਭੁਲੇਖੇ ਮੇਰੀ ਕੋਈ ਜੀਕੇ ਦੀ ਕਲਾਸ ਦੇਖੀ ਹੋਵੇ ਜਿਹਦੇ ਵਿੱਚ ਮੈਂ ਤੁਹਾਨੂੰ ਆਪਣੇ ਮੁਲਕ ਦਾ ਸਭ ਤੋਂ ਵੱਡਾ ਅਵਾਰਡ ਬੱਚੋ ਡਿਸਕਸ ਕਰਵਾਉਣਾ ਹੁੰਦਾ, ਭਾਰਤ ਰਤਨ। ਭਾਰਤ ਰਤਨ ਜੇਕਰ ਸਵਾਲ ਪੁੱਛਿਆ ਸਭ ਤੋਂ ਵੱਡੀ ਉਮਰ ਦਾ ਬੰਦਾ ਕੌਣ ਹੈ ਜਿਹਨੂੰ ਅੱਜ ਆਪਣੇ ਮੁਲਕ 'ਚ ਭਾਰਤ ਰਤਨ ਦਾ ਅਵਾਰਡ ਮਿਲਿਆ, ਤਾਂ ਆਪਾਂ ਟਿਕ ਲਾਵਾਂਗੇ ਧੋਂਦੂ ਕੇਸ਼ਵ ਕਾਰਵੇ। ਇਹਨਾਂ ਨੂੰ ਮਿਲਿਆ ਹੋਇਆ ਆਪਣੇ ਮੁਲਕ ਦਾ ਸਭ ਤੋਂ ਵੱਡਾ ਅਵਾਰਡ। 100 ਸਾਲ ਦੀ ਉਮਰ, ਇੰਨੀ ਵੱਡੀ ਉਮਰ ਹੈ ਇਹਨਾਂ ਦੀ, ਕਾਰਵੇ ਸਾਹਿਬ ਦੀ। ਸੋ ਇਹਨਾਂ ਨੇ ਰਨਾਡੇ ਦੇ ਨਾਲ ਮਿਲ ਕੇ ਕੀ ਬਣਾਇਆ, ਵਿਡੋ ਹੋਮ ਐਸੋਸੀਏਸ਼ਨ। ਏਮ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਕੀ ਹੈ, ਇਹਦਾ ਏਮ ਕੀ ਹੈ, ਪ੍ਰੋਵਾਈਡਿੰਗ ਐਜੂਕੇਸ਼ਨ ਟ੍ਰੇਨਿੰਗ ਟੂ ਦ ਵਿਡੋਜ਼, ਤਾਂ ਜੋ ਉਹ ਆਪਦਾ ਆਪ ਨੂੰ ਆਪੇ ਸਪੋਰਟ ਕਰ ਸਕਣ, ਆਤਮ ਨਿਰਭਰ ਹੋ ਸਕਣ, ਕੁਛ ਸਿੱਖਣ। ਮਤਲਬ ਪੜ੍ਹਾਈ ਕਰਨਗੇ ਤਾਂ ਕੱਲ ਨੂੰ ਕੋਈ ਆਪਾਂ ਟ੍ਰੇਨਿੰਗ ਦੇਵਾਂਗੇ, ਕੱਲ ਨੂੰ ਫਿਰ 4 ਪੈਸਿਆਂ ਦਾ ਕਿਤੇ ਨਾ ਕਿਤੇ ਅੜਕ ਜਾਣਗੇ ਭਾਈ। ਆਪਾਂ ਅੱਜ ਵੀ ਐਂ ਕਹਿੰਦੇ ਆ ਕੋਈ ਕੰਮ ਸਿੱਖ ਲਾ ਓਏ, ਤਾਂ ਮੋਟਾ ਆਪਦੇ ਪੈਰਾਂ ਤੇ ਖੜਾ ਹੋ ਜਾ। ਏਡੀ ਵੱਡੀ ਗੱਲ ਕਰਨੀ ਉਹਨਾਂ ਸਮਿਆਂ ਦੇ ਵਿੱਚ, ਉਹ ਵੀ ਵਿਡੋਜ਼ ਦੇ ਲਈ। ਤਾਂ ਹੀ ਤਾਂ ਆਪਾਂ ਇਹ ਸਾਰੇ ਯੋਧੇ ਆ, ਸਮਝ ਲਓ ਕਿਸ ਹਿਸਾਬ ਨਾਲ ਬੰਦੇ ਆਪਣੇ ਦੇਸ਼ ਦੇ। ਹੁਣ ਬੰਦੇ ਤਾਂ ਉਦੋਂ ਹੀ ਆਪਣੇ ਦੇਸ਼ ਲੱਖਾਂ ਹੋਣਗੇ, ਪਰ ਫਿਰ ਵੀ ਆਪਾਂ ਇਹ ਸਾਰੇ 25-30 ਬੰਦੇ ਕਿਉਂ ਪੜ੍ਹਦੇ ਆ, ਕਿਉਂਕਿ ਇਹਨਾਂ ਨੇ ਆਪਦੇ ਸਮੇਂ ਤੋਂ ਬੜੀ ਅੱਗੇ ਦੀ ਗੱਲ ਕਰੀ ਉਹਨਾਂ ਸਮਿਆਂ ਦੇ ਵਿੱਚ। ਸਮਝ ਗਏ? ਚਲੋ ਵੀ ਆਪਣੇ ਧੋਂਦੂ ਦਾ ਪੁਆਇੰਟ ਐਡਾ ਸਿਰੇ ਦਾ, ਕਹਿੰਦੇ ਇਹਨਾਂ ਨੇ ਬੱਚੋ ਫਾਊਂਡ ਕੀਤਾ ਆਪਣੇ ਮੁਲਕ ਦੀ ਪਹਿਲੀ ਵੂਮਨ ਯੂਨੀਵਰਸਿਟੀ। ਤੇ ਅੱਜ ਤੱਕ ਵੀ ਇਹ ਸਟੈਟਿਕ ਜੀਕੇ ਦਾ ਸਵਾਲ ਪੇਪਰਾਂ ਦੇ ਵਿੱਚ ਸੈਂਕੜੇ ਵਾਰ ਪੁੱਛਿਆ। ਯਾਦ ਰੱਖਿਓ, SNDT ਵੂਮੈਨਸ ਯੂਨੀਵਰਸਿਟੀ ਮੁੰਬਈ। ਇਹ ਪ੍ਰਾਰਥਨਾ ਸਮਾਜ, ਤੇ ਮੈਂ ਤੁਹਾਨੂੰ ਐਂ ਕਰਦਾ ਅੱਜ ਵੇਦ ਸਮਾਜ ਵੀ ਪੜ੍ਹਾਈ ਦੇ, ਕਿਉਂਕਿ ਵੇਦ ਸਮਾਜ ਬੜੀ ਸੋਟ ਆ ਚੱਕੋ ਵੇਦ ਸਮਾਜ, ਕਿਉਂਕਿ ਵੇਦ ਸਮਾਜ, ਪ੍ਰਾਰਥਨਾ ਸਮਾਜ, ਬ੍ਰਹਮੋ ਸਮਾਜ ਆਫ ਇੰਡੀਆ, ਆਦਿ ਬ੍ਰਹਮੋ ਸਮਾਜ, ਸਧਾਰਨ ਬ੍ਰਹਮੋ ਸਮਾਜ, ਸਾਰਾ ਕੁਝ ਨਿਬੜ ਜਾਣਾ। ਕਿਆ ਬਾਤ ਹੀ ਹੈ। ਅਗਲੀ ਕਲਾਸ ਦੇ ਵਿੱਚ ਜੰਗ ਬੰਗਾਲ ਮੂਵਮੈਂਟ, ਆਰਿਆ ਸਮਾਜ, ਰਾਮਾ ਕ੍ਰਿਸ਼ਨ ਮਿਸ਼ਨ, ਸਤਿਆ ਸ਼ੋਧਕ ਸਮਾਜ, ਵੱਡੇ ਝਾਕੀ ਦੂਰੀ ਚੱਲਾਂਗੇ ਯਾਰ। ਸੋ ਵੇਦ ਸਮਾਜ ਇਹ ਬੱਚੋ ਕਹਿੰਦੇ ਫਾਊਂਡ ਕੀਤੀ ਹੈ ਕਿ ਸ਼੍ਰੀਧਰਲੂ ਨਾਇਡੂ ਨੇ 1864 ਦੇ ਵਿੱਚ ਕੀਤੀ ਹੈ, ਜਦੋਂ ਕਹਿੰਦੇ ਕੇਸ਼ਵ ਜੀ ਨੇ ਵਿਜ਼ਿਟ ਕੀਤਾ ਸੀ ਮਦਰਾਸ। ਮੈਨੂੰ ਲੱਗਦਾ ਨਹੀਂ ਵੀ ਇਹ ਸਲਾਈਡ ਤੇ ਮੈਨੂੰ ਦੱਸਣ ਦੀ ਕੁਝ ਲੋੜ ਹੈਗੀ। ਉਦੋਂ ਬਾਅਦ ਜਦੋਂ ਕਹਿੰਦੇ ਫਿਰ ਇਹ ਵਾਪਸ ਕਲਕੱਤਾ ਚਲੇ ਗਏ ਸੀ, ਮਗਰੀ ਕੌਣ, ਨਾਇਡੂ ਸਾਹਿਬ। ਤੇ ਫਿਰ ਨਾਇਡੂ ਸਾਹਿਬ ਕਲਕੱਤਾ ਵੀ ਆ ਗਏ ਸੀ। ਇੱਥੇ ਫਿਰ ਇਹਨੇ ਵਧੀਆ ਲੋਕਾਂ 'ਚ ਪ੍ਰਚਾਰ ਦੇਖਿਆ ਵੀ ਕੇਸ਼ਵ ਚੰਦਰ ਸੀਨਰ ਕਹਿੰਦਾ ਕਿੰਨਾ ਲੋਕਾਂ 'ਚ ਰਸੂਖ ਆ, ਕਿੰਨੇ ਲੋਕ ਮਗਰ ਲੱਗ ਰਹੇ ਹੈ, ਕਿਵੇਂ ਪ੍ਰਚਾਰ ਹੋ ਰਿਹਾ ਹੈ, ਲੋਕ ਵਾਕਈ ਸਿਆਣੇ ਵੀ ਹੋ ਰਹੇ ਹੈ। ਹਾਲ ਦੀ ਗੱਲ ਹੈ। ਤਾਂ ਇਹਨਾਂ ਨੇ ਆ ਕੇ ਸ਼੍ਰੀਧਰਲੂ ਨਾਇਡੂ ਜੀ ਨੇ ਆ ਕੇ ਸਭ ਤੋਂ ਗੁੱਡ ਪੁਆਇੰਟ ਹੈ, ਵੇਦ ਸਮਾਜ ਦਾ ਨਾਮ ਕੀ ਰੱਖਤਾ, ਬ੍ਰਹਮੋ ਸਮਾਜ ਆਫ ਸਦਰਨ ਇੰਡੀਆ। 1873 ਦੇ ਵਿੱਚ ਤਾਂ ਸਿੱਧਾ ਪੁਆਇੰਟ ਪੁੱਛਿਆ ਜਾਊਗਾ, ਬ੍ਰਹਮੋ ਸਮਾਜ ਆਫ ਸਦਰਨ ਇੰਡੀਆ ਕਿਹਨੂੰ ਕਿਹਾ ਜਾਂਦਾ ਹੈ। ਇਹੀ ਸਵਾਲ ਪੇਪਰਾਂ 'ਚ ਬਣਦਾ। ਆਪਾਂ ਤਾਂ ਵੈਸੇ ਇਹਦੇ ਵਿੱਚ ਸਾਰਾ ਬੈਕਗਰਾਉਂਡ ਵੀ ਦੇਖ ਲਿਆ, ਕਿਹਨੇ ਫਾਊਂਡ ਕੀਤਾ, ਕਿਉਂ ਫਾਊਂਡ ਕੀਤਾ, ਕਿਹਦੀ ਦੇਣ ਸੀ, ਕੇਸ਼ਵ ਚੰਦਰ ਸਿੰਘ। ਰੈਡੀਕਲ ਥਾਟ ਵਾਲਾ, ਉਹਨਾਂ ਸਮੇਂ ਵਾਸਤੇ ਇਹ ਥਾਟ ਬੜੀ ਰੈਡੀਕਲ ਹੋ ਗਈ ਵੀ ਇਹੋ ਜਿਹੀ ਗੱਲ ਇਹ ਬੰਦਾ ਕਰੀ ਕਿਵੇਂ ਜਾਂਦਾ। ਐਂ ਤਾਂ ਹੁਣ ਜ਼ਿਆਦਾ ਟਾਈਮ ਲੱਗ ਜੂਗਾ ਖੋਲਣ ਖਾਲਣ ਤੈਨੂੰ। ਇਹਨਾਂ ਅਸਲ 'ਚ ਆਪਾਂ ਸੌਫਟਵੇਅਰ ਅਪਡੇਟ ਕੀਤਾ ਸਾਰਾ, ਸਾਰੇ ਕਾਸੇ ਦੀ ਐਪ ਦਾ ਵੀ ਕੀਤਾ। ਐਪ ਤੋਂ ਦਿੱਕਤ ਹੀ ਹੈ, ਜੇ ਕਲਾਸ ਅਪਲੋਡ ਕਰਨ ਲੱਗੇ ਤਾਂ ਅਸੀਂ ਕਲਾਸ ਆਪਣੀ ਅਪਲੋਡ ਪਿਛਲੇ ਹਫ਼ਤੇ ਮਤਲਬ ਬਹੁਤ ਘੱਟ ਹੋਈਆਂ ਆਮ ਤੌਰ ਤੇ ਵੱਖ-ਵੱਖ ਬੈਚਾਂ ਦੇ ਵਿੱਚ। ਕਾਰਨ ਕੀ ਹੈ, ਸਿਸਟਮ ਕਰੈਸ਼ ਕਰ ਜਾਂਦਾ। ਇਹ ਸਿਸਟਮ ਹਜੇ ਆਪਣੀ ਇਹ ਇਹਨੂੰ ਵੀ ਆਪਾਂ ਅਪਡੇਟ ਕੀਤਾ ਸਮਾਰਟ ਬੋਰਡ ਨੂੰ। ਇਹ ਜਿਹੜੀ ਦਿੱਕਤ ਹੈ ਚੱਲੀ ਜਾਂਦੀ ਹੈ, ਇਹ ਬਸ ਸਿਸਟਮ ਆਪਾਂ ਸੁਧਾਰ ਕਰ ਰਹੇ ਹਾਂ, ਸੁਧਾਰ ਕਰਨਾ ਹੀ ਪੈਣਾ, ਰਿਫਾਰਮਸ ਲਿਆਉਣ ਦੀ ਲੋੜ ਹੈਗੀ ਹੈ। ਰਿਫਾਰਮਸ ਆਪਣੇ ਹਮੇਸ਼ਾ ਚੱਲਦੇ ਹੀ ਜਾਣਗੇ, ਬੇਸ਼ੱਕ ਦੀ ਉਹ ਸਮਾਰਟ ਬੋਰਡ ਦੇ ਵਿੱਚ ਹੋਣ, ਚੱਕਦੀ ਭਾਈ ਆਪਣੀ ਐਪ 'ਚ ਕੰਪਿਊਟਰ 'ਚ ਹੋਣ। ਬਾਕੀ ਤੁਹਾਨੂੰ ਦੱਸ ਦਿੰਦੇ
वेद समाज की चर्चा वैसे घट पता क्यों होंगी है, ये एक स्लाइड वैसे होर सी मैं अगली क्लास दिखा दूंगा, बेफिक्र हो जाओ, घबराए ना, ठीक है ना, क्योंकि टाइम लग जाओ अपन क्लास सारी ओपन करते, देखो बाहर टाइम लग जूगा, सारे फोल्डर बने हुए अगे दिखना पू अपन ते कुल मिला के तुहानूं दस दिना मैं, ये मूवमेंट बड़ा चिर नहीं चली, ये समाज बेचारा लोगों नूं जागरूक करदा 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 आप ही कारण इन्हां दा इक्को लीडर सीगा नायडू साहब, ते इन्हां दी बच्चों हो गई डैथ, वो भी अचानक ही हो गई, एक्सीडेंट ना कह लो, एक्सीडेंट कई थावां ते एक्सीडेंट लिखा हुंदा है, 1874 की गल है, 74 च इन्हां दी डैथ हो गई, ਇਹਦੇ ਨਾਲ बस वेद समाज अपने वास्ते समझ लो बच्चों वास्ते सवाल ही बनाउण आया सी, और इन्ना ज़्यादा ਇਹਦਾ सोसाइटी ਦੇ ਵਿੱਚ योगदान ਆਪਾਂ ਕਹਿ नहीं सकते, ठीक है ना। चलो ਹੁਣ ਕੱਲ ਦੀ क्लास, ਕੱਲ ਦੀਆਂ मूवमेंटां बड़ियां धाकड़ होण, वैसे तो कल की क्लास भी धाकड़ सी, अज दी भी हर क्लास ही सवाल बना सकती, बस अपनी तो यही सोच होंगी है, पढ़न लगे तो पढ़ाउण लगे, ठीक है ना। चलो ज़्यादा टाइम बच्चों वेस्ट नहीं करते, सिस्टम बंद हो गया, क्लास ही बंद करनी चाहिए है, मिलते हैं फिर आप नैक्सट क्लास के। गुड नाइट, स्वीट ड्रीम।